ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓਂਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬੇਸ਼ੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਤੇ ਅਮਰ ਅਨੋਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅਵਤਾਰ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹੋ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 6 ਰੋਜ਼ਾ ਕਥਾ ਸਮਾਗਮ ਗਿਆਨ ਦਾ ਸਾਗਰ ਉਲੀਕਿਆ ਗਿਆ ਹੈ। ਅੱਜ ਦੂਜੇ ਦਿਨ ਦੇ ਦੀਵਾਨ ਅੰਦਰ ਆਪ ਜੀ ਨੇ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਘਰ ਦੇ ਹਜੂਰੀ ਕੀਰਤਨੀ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸ਼ਰਵਣ ਕੀਤੇ ਹਨ। ਆਓ ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਕੱਲ੍ਹ ਵਿਸ਼ਾ ਆਰੰਭ ਕੀਤਾ ਸੀ, ਉਸੇ ਵਿਸ਼ੇ ਨੂੰ ਅੱਗੇ ਲੈ ਕੇ ਚੱਲਾਂਗੇ। ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਇੱਕ ਵਾਰ ਆਪ ਜੀ ਜਿਤਨੇ ਜੁੜ ਮਿਲ ਬੈਠੇ ਹੋ, ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੋ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰੇ ਆਉਣਾ ਕੀ ਹੈ? ਗੁਰਦੁਆਰੇ ਆਉਣਾ 3 ਸੱਸੇ ਹਨ। ਪਹਿਲਾ ਸੱਸਾ ਹੈ ਗੁਰੂ ਨੂੰ ਸੁਣਨਾ, ਦੂਜਾ ਸੱਸਾ ਹੈ ਗੁਰੂ ਨੂੰ ਸਮਝਣਾ, ਅਤੇ ਤੀਜਾ ਸੱਸਾ ਹੈ ਜੋ ਸੁਣਿਆ ਹੈ, ਜੋ ਸਮਝਿਆ ਹੈ, ਉਹਦੇ ਵਿੱਚ ਸਮਾ ਜਾਣਾ। ਜਿਹੜਾ ਸੋਦਰ ਦਾ ਪਾਠ ਹੋਇਆ, ਜਿਹੜਾ ਗੁਰਬਾਣੀ ਦਾ ਕੀਰਤਨ ਹੋਇਆ, ਪਹਿਲਾ ਸੱਸਾ ਹੈ ਗੁਰੂ ਨੂੰ ਸੁਣਨਾ, ਜਿਹਨੂੰ ਅਸੀਂ ਕੰਨ ਰਸ ਕਹਿ ਸਕਦੇ ਹਾਂ। ਹੁਣ ਜਿਹੜੀ ਗੁਰੂ ਦੀ ਕਥਾ ਹੋਣੀ ਹੈ, ਦੂਜਾ ਸੱਸਾ ਹੈ ਸਮਝਣਾ, ਅਤੇ ਫਿਰ ਤੀਜਾ ਕਾਰਜ ਸਾਨੂੰ ਰਲ ਕੇ ਕਰਨਾ ਪਏਗਾ। ਜੋ ਸੁਣਿਆ, ਜੋ ਸਮਝਿਆ, ਉਹਦੇ ਵਿੱਚ ਸਮਾਉਣਾ ਪਏਗਾ। ਸੁਣਨਾ ਕੰਨ ਰਸ ਹੈ, ਸਮਝਣਾ ਮਨ ਰਸ ਹੈ, ਸਮਾ ਜਾਣਾ ਆਤਮ ਰਸ ਹੈ। ਆਪ ਜੀ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੋ। ਅਕਸਰ ਸਰੀਰ ਕਰਕੇ ਅਸੀਂ ਗੁਰੂ ਘਰ ਆ ਜਾਂਦੇ ਹਾਂ, ਪਰ ਮਨ ਸਾਡਾ ਸੱਜੇ ਖੱਬੇ ਉਡਾਰੀਆਂ ਮਾਰਦਾ ਹੈ। ਕੱਲ੍ਹ ਵੀ ਮਨ ਬਾਬਤ ਬੜੀ ਖੁੱਲ੍ਹ ਕੇ ਵਿਚਾਰ ਕੀਤੀ ਸੀ, ਅਤੇ ਗੁਰੂ ਸਾਹਿਬ ਦਾ ਇੱਕ ਬੜਾ ਪਿਆਰਾ ਬਚਨ ਹੈ, ਕਹਿੰਦੇ ਗੁਰ ਸਭਾ ਏਵ ਨਾ ਪਾਈ ਹੈ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾ ਮਨ ਰਹਿ ਹਦੂਰ।
ਕੱਲ੍ਹ ਅਸੀਂ ਸਾਬੋ ਕੀ ਤਲਵੰਡੀ ਦਾ ਬਚਨ ਆਰੰਭਿਆ ਸੀ। ਇੱਕ ਦਿਨ ਸਾਬੋ ਕੀ ਤਲਵੰਡੀ ਕੋਈ ਕਠਪੁਤਲੀਆਂ ਦਾ ਤਮਾਸ਼ਾ ਵਿਖਾਣ ਆਇਆ। ਹੁਣ ਜਿਹੜੇ ਸਿੰਘ ਰਾਤ ਵੇਲੇ ਪਹਿਰਾ ਦਿੰਦੇ ਨੇ, ਕੁਝ ਸਿੰਘ ਕਹਿਣ ਲੱਗੇ ਅਸੀਂ ਜਾ ਕੇ ਕਠਪੁਤਲੀਆਂ ਦਾ ਤਮਾਸ਼ਾ ਵੇਖਾਂਗੇ। ਕੁਝ ਸਿੰਘ ਕਹਿਣ ਲੱਗੇ ਨੇ ਅਸੀਂ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ ਪਹਿਰਾ ਦੇਵਾਂਗੇ। ਹੁਣ ਜਦੋਂ ਰਾਤ ਪਈ, ਜਿਹੜੇ ਸਿੰਘ ਪਹਿਰੇ 'ਤੇ ਹਨ ਉਹ ਤਨ ਕਰਕੇ ਹਾਜ਼ਰ ਨੇ ਅਤੇ ਮਨ ਕਰਕੇ ਸੁਰਤ ਕਰਕੇ ਧਿਆਨ ਚਲਾ ਗਿਆ ਕਠਪੁਤਲੀ ਦੇ ਤਮਾਸ਼ੇ ਵੱਲ, ਵੀ ਉੱਥੇ ਕਿਸ ਤਰ੍ਹਾਂ ਦਾ ਤਮਾਸ਼ਾ ਚੱਲਦਾ ਪਿਆ ਹੋਣਾ। ਅਤੇ ਜਿਹੜੇ ਸਿੱਖ ਤਨ ਕਰਕੇ ਕਠਪੁਤਲੀਆਂ ਦਾ ਤਮਾਸ਼ਾ ਵੇਖਣ ਗਏ ਸਨ, ਉਹ ਆਪਣੇ ਆਪ ਨੂੰ ਕੋਸ ਰਹੇ ਸਨ ਕਿ ਅਸੀਂ ਮਹਾਰਾਜ ਦੇ ਦਰ ਦੀ ਸੇਵਾ ਛੱਡ ਕੇ ਕਿੱਥੇ ਆ ਗਏ ਹਾਂ। ਅਤੇ ਸੁਰਤ ਕਰਕੇ ਮਹਾਰਾਜ ਦੇ ਚਰਨਾਂ ਵੱਲ ਚਲੇ ਗਏ। ਅਤੇ ਅਗਲੇ ਦਿਨ ਕਲਗੀਆਂ ਵਾਲੇ ਮਹਾਰਾਜ ਦਾ ਦੀਵਾਨ ਸਜਿਆ। ਮਹਾਰਾਜ ਤਖਤ 'ਤੇ ਬਿਰਾਜਮਾਨ ਨੇ ਅਤੇ ਮਹਾਰਾਜ ਮੁਸਕਰਾ ਪਏ ਅਤੇ ਮਹਾਰਾਜ ਕਹਿੰਦੇ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਸੰਗਤ ਕਹਿੰਦੀ ਮਹਾਰਾਜ ਕੁਝ ਸਮਝ ਨਹੀਂ ਪਈ। ਸਤਿਗੁਰੂ ਜੀ ਕਹਿੰਦੇ ਜਿਹੜੇ ਰਾਤੀ ਤਨ ਕਰਕੇ ਹਾਜ਼ਰ ਸਨ, ਪਹਿਰਾ ਦੇ ਰਹੇ ਸਨ, ਉਹ ਤਨ ਕਰਕੇ ਹਾਜ਼ਰ ਸਨ, ਮਨ ਗੈਰ ਹਾਜ਼ਰ ਸੀ। ਮਨ ਕਠਪੁਤਲੀਆਂ ਦਾ ਤਮਾਸ਼ਾ ਵੇਖ ਰਿਹਾ ਸੀ। ਅਤੇ ਜਿਹੜੇ ਭਾਵੇਂ ਤਨ ਕਰਕੇ ਗੈਰ ਹਾਜ਼ਰ ਸਨ, ਤਮਾਸ਼ਾ ਹੀ ਵੇਖਣ ਗਏ ਸਨ, ਪਰ ਉਹ ਮਨ ਕਰਕੇ ਸਾਡੇ ਚਰਨਾਂ ਨਾਲ ਜੁੜੇ ਸਨ, ਉਹਨਾਂ ਦੀ ਹਾਜ਼ਰੀ ਵੀ ਪ੍ਰਵਾਨ ਹੈ। ਗੁਰ ਸਭਾ ਏਵ ਨਾ ਪਾਈ ਹੈ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ, ਜਾਂ ਮਨ ਰਹਿ ਹਦੂਰ। ਦੇਖੋ ਆਪ ਜੀ, ਬੰਦਾ ਜਿਹੜੀ ਕਿਰਤ ਕਰਦਾ ਨਾ, ਬੰਦੇ ਦੇ ਬੋਲਾਂ ਵਿੱਚੋਂ ਕਿਰਤ ਝਲਕਦੀ ਹੈ। ਬਾਬਾ ਕਬੀਰ ਜੁਲਾਏ ਸਨ ਅਤੇ ਉਹਨਾਂ ਨੇ ਰੱਬ ਨੂੰ ਵੀ ਜੁਲਾਇਆ ਕਹਿ ਦਿੱਤਾ। ਕਹਿੰਦੇ ਮੈਂ ਤਾਂ ਛੋਟਾ ਜਿਹਾ ਜੁਲਾਹਾ ਹਾਂ, ਤੂੰ ਧਰਤੀ ਅਸਮਾਨ ਨੂੰ ਜੋੜ ਕੇ ਇੱਕ ਬੜੀ ਵੱਡੀ ਕਾਰਗਾ ਬਣਾਈ ਹੈ, ਸੰਸਾਰ ਦਾ ਤਾਣਾ ਬੁਣਦਾ ਪਿਆ। ਇਸੇ ਤਰ੍ਹਾਂ ਬਾਬਾ ਨਾਮਦੇਵ ਛੀਂਬੇ ਸਨ, ਕੱਪੜੇ ਸੀਂਦੇ ਸਨ, ਅਤੇ ਉਹਨਾਂ ਦੀ ਬਾਣੀ ਵਿੱਚ ਵੇਖੋ ਉਹਨਾਂ ਦੇ ਕਿਰਤ ਦੇ ਬੋਲ ਝਲਕਦੇ ਨੇ। ਕਹਿੰਦੇ ਸੋਨੇ ਕੀ ਸੂਈ, ਰੂਪੇ ਕਾ ਧਾਗਾ, ਨਾਮੇ ਕਾ ਚਿੱਤ ਹਰਸਿਉਂ ਲਾਗਾ। ਹੁਣ ਤਨ ਕਰਕੇ ਬਹੁਤੇ ਅਮੀਰ ਨਹੀਂ, ਕਿੱਥੋਂ ਸੋਨੇ ਦੀ ਸੂਈ ਲੈ ਕੇ ਆਉਣ। ਰੂਪਾ ਕਹਿੰਦੇ ਨੇ ਚਾਂਦੀ ਨੂੰ, ਚਾਂਦੀ ਦਾ ਧਾਗਾ ਕਿੱਥੋਂ ਲੈ ਕੇ ਆਉਣ। ਇਹ ਸਿੰਬੋਲਿਕ ਨੇ। ਗੁਰੂ ਕਾ ਸ਼ਬਦ ਸੋਨੇ ਕੀ ਸੂਈ ਹੈ, ਅਤੇ ਸਿੱਖ ਦੀ ਸੁਰਤ ਰੁਪਏ ਕਾ ਧਾਗਾ, ਚਾਂਦੀ ਦਾ ਧਾਗਾ ਹੈ। ਹੁਣ ਤੁਹਾਨੂੰ ਪਤਾ ਸੂਈ ਤਾਂ ਚੱਲੀ ਜਾਵੇ, ਪਰ ਜੇ ਸੂਈ ਵਿੱਚ ਧਾਗਾ ਨਾ ਹੋਵੇ ਨਾ, ਤੁਸੀਂ ਸੀ ਨਹੀਂ ਸਕਦੇ। ਗੁਰੂ ਕਾ ਸ਼ਬਦ ਰੂਪੀ ਸੂਈ ਵੀ ਹੋਵੇ, ਸੁਰਤ ਰੂਪੀ ਧਾਗਾ ਵੀ ਹੋਵੇ, ਅਤੇ ਫਿਰ ਚਿੱਤ ਪਰਮਾਤਮਾ ਨਾਲ ਛਿੱਤਾ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਵੇਈ 'ਚੋਂ ਪ੍ਰਗਟ ਹੋਏ ਸਨ, ਮਹਾਰਾਜ ਨੇ ਇੱਕ ਨਾਰਾ ਬੁਲੰਦ ਕੀਤਾ, ਨਾ ਕੋ ਹਿੰਦੂ ਨਾ ਮੁਸਲਮਾਨ। ਅਤੇ ਮਹਾਰਾਜ ਨੂੰ ਕਿਹਾ ਬੜੀ ਸਾਂਝੀ ਵਾਲਤਾ ਦੀ ਗੱਲ ਕਰਦੇ ਹੋ, ਆਓ ਮਸੀਤ ਚੱਲੀਏ, ਜਾ ਕੇ ਨਮਾਜ਼ ਅਦਾ ਕਰਦੇ ਹਾਂ। ਮਹਾਰਾਜ ਮਸੀਤ ਤਾਂ ਗਏ, ਨਮਾਜ਼ ਵੀ ਸ਼ਾਮਲ ਨਹੀਂ ਹੋਏ। ਸਮਾਪਤੀ 'ਤੇ ਜਦੋਂ ਕਾਜ਼ੀ ਨੇ ਕਿਹਾ ਮਹਾਰਾਜ ਨੂੰ, ਬੜੀ ਸਾਂਝੀ ਵਾਲਤਾ ਦੀ ਗੱਲ ਕਰਦੇ ਸੀ, ਨਮਾਜ਼ ਵੀ ਸ਼ਾਮਲ ਕਿਉਂ ਨਹੀਂ ਹੋਏ। ਮਹਾਰਾਜ ਕਹਿੰਦੇ ਕਿਹਦੇ ਨਾਲ ਹੁੰਦੇ। ਕਾਜ਼ੀ ਸਾਹਿਬ ਤੁਸੀਂ ਤਨ ਕਰਕੇ ਹਾਜ਼ਰ ਸੀ, ਮਨ ਤਾਂ ਤੁਹਾਡਾ ਘਰ ਦੇ ਵਿੱਚ ਸੀ, ਕਿੱਥੇ ਉਹ ਗਾਂ ਦਾ ਬੱਚਾ ਖੂਹ ਵਿੱਚ ਨਾ ਡਿੱਗ ਜਾਵੇ। ਨਵਾਬ ਕਹਿਣ ਲੱਗਾ ਮਹਾਰਾਜ ਮੇਰੇ ਨਾਲ ਨਮਾਜ਼ ਅਦਾ ਕਰ ਲੈਂਦੇ। ਮਹਾਰਾਜ ਕਹਿੰਦੇ ਨਵਾਬ ਸਾਹਿਬ ਤੁਸੀਂ ਵੀ ਤਨ ਕਰਕੇ ਹਾਜ਼ਰ ਸੀ, ਮਨ ਤਾਂ ਤੁਹਾਡਾ ਕਾਬਲ ਦੇ ਵਿੱਚ ਘੋੜੇ ਖਰੀਦ ਰਿਹਾ ਸੀ। ਕੱਲ੍ਹ ਮੈਂ ਇੱਕ ਬਚਨ ਤੁਹਾਡੇ ਨਾਲ ਸਾਂਝਾ ਕੀਤਾ ਸੀ, ਕਵਨ ਮੂਲ ਕਵਨ ਮਤ ਵੇਲਾ, ਕਵਨ ਗੁਰੂ ਜਿਸ ਕਾ ਤੂੰ ਚੇਲਾ, ਪਵਨ ਆਰੰਭ ਸਤ ਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਕਾ ਸ਼ਬਦ ਵੀ ਹੋਵੇ ਅਤੇ ਸਿੱਖ ਦੀ ਸੁਰਤ ਵੀ ਹਾਜ਼ਰ ਹੋਵੇ, ਤਾਂ ਖੇਡ ਬਣੇਗੀ। ਕਿਸੇ ਨੇ ਬਾਬਾ ਕਬੀਰ ਨੂੰ ਪੁੱਛਿਆ ਨਾ ਕਿ ਅਸੀਂ ਸੰਗਤ ਵਿੱਚ ਜਾਂਦੇ ਹਾਂ, ਸੰਗਤ ਵਿੱਚ ਜਾ ਕੇ ਕੀ ਕਰਨਾ ਚਾਹੀਦਾ ਹੈ। ਬਾਬਾ ਕਬੀਰ ਕਹਿੰਦੇ ਜਿਸ ਤਰ੍ਹਾਂ ਆਪਣੇ ਘਰ ਵਿੱਚ ਦੁੱਧ ਦਹੀਂ ਨੂੰ ਰਿੜਕਦੇ ਹੋ ਨਾ,
ਸੰਗਤ ਵਿੱਚ ਜਾ ਕੇ ਨਾਮ ਨੂੰ ਰਿੜਕਿਆ ਕਰੋ। ਰਿੜਕਣਾ ਸ਼ਬਦ ਸਾਡੀ ਪੰਜਾਬੀ ਬੋਲੀ ਦਾ ਹੈ, ਕਿਉਂਕਿ ਬਾਬਾ ਕਬੀਰ ਕਾਂਸ਼ੀ ਵਿੱਚ ਰਹਿੰਦੇ ਸਨ, ਯੂਪੀ ਉੱਤੇ ਹਿੰਦੀ ਦਾ ਬੋਲਬਾਲਾ ਸੀ। ਅਤੇ ਬਾਬਾ ਕਬੀਰ ਨੇ ਬਿਲੋਣਾ ਸ਼ਬਦ ਵਰਤਿਆ, ਹਰ ਕਾ ਬਿਲੋਵਨਾ, ਬਿਲੋਵੋ ਮੇਰੇ ਭਾਈ ਪਰ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਬੜਾ ਸਹਿਜ ਦਾ ਮਾਰਗ ਹੈ। ਅਤੇ ਕਿਸੇ ਨੇ ਬਾਬਾ ਕਬੀਰ ਨੂੰ ਸਵਾਲ ਕੀਤਾ ਵੀ ਜਦੋਂ ਵੀ ਕਿਸੇ ਪਦਾਰਥ ਨੂੰ ਰਿੜਕੀਦਾ ਹੈ, ਤਰੇ ਚੀਜ਼ਾਂ ਦਾ ਹੋਣਾ ਬੜਾ ਜ਼ਰੂਰੀ ਹੈ, ਮਟਕੀ, ਮਧਾਣੀ ਅਤੇ ਪਦਾਰਥ। ਨਾ ਤਾਂ ਸੰਗਤ ਵਿੱਚ ਮਟਕੀ ਦਿਸਦੀ ਪਈ ਹੈ, ਨਾ ਮਧਾਣੀ ਅਤੇ ਨਾ ਹੀ ਪਦਾਰਥ। ਅਤੇ ਬਾਬਾ ਕਬੀਰ ਕਹਿੰਦੇ ਹਰੇਕ ਚੀਜ਼ ਹੈ। ਆਓ ਮੈਂ ਤੁਹਾਨੂੰ ਦੱਸਾਂ, ਤਨ ਕਰ ਮਟਕੀ ਮਨ ਮਾਹੇ ਬਿਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਆਪਣੇ ਤਨ ਨੂੰ ਮਟਕੀ ਬਣਾ ਲਓ, ਗੁਰੂ ਕੇ ਸ਼ਬਦ ਨੂੰ ਪਦਾਰਥ ਬਣਾ ਕੇ ਮਨ ਦੀ ਮਧਾਣੀ ਨਾਲ ਰਿੜਕੋ, ਅਤੇ ਹਰ ਕਾ ਬਿਲੋਵਨਾ ਮਨ ਕਾ ਵਿਚਾਰਾ, ਗੁਰ ਪ੍ਰਸਾਦ ਪਾਵੈ ਅੰਮ੍ਰਿਤ ਧਾਰਾ। ਆਓ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੋ। ਇੱਕ ਵਾਰ ਸਾਰੇ ਪਿਆਰ ਸਤਿਕਾਰ ਨਾਲ ਆਖੋ ਜੀ, ਸਤਿਨਾਮ ਸਤਿਨਾਮ। ਕੱਲ੍ਹ ਇੱਕ ਵਿਸ਼ਾ ਆਰੰਭ ਕੀਤਾ ਸੀ, ਸਿੱਖੀ ਕੀ ਹੈ। ਤਲਵੰਡੀ ਤੋਂ ਲੈ ਕੇ ਤਲਵੰਡੀ ਤੱਕ ਦਾ ਸਫ਼ਰ। ਗੁਰੂ ਨਾਨਕ ਸਾਹਿਬ ਦੀ ਆਮਦ ਰਾਏ ਭੋਏ ਦੀ ਤਲਵੰਡੀ ਹੋਈ। ਕਲਗੀਆਂ ਵਾਲੇ ਮਹਾਰਾਜ ਸਰਸਾ ਦੇ ਵਿਛੋੜੇ ਤੋਂ ਬਾਅਦ ਚਮਕੌਰ ਸਾਹਿਬ ਦੀ ਜੰਗ, ਮਾਚੀਵਾੜੇ ਦੇ ਜੰਗਲ, ਦੀਨੇ ਕਾਂਗਰ ਜ਼ਫਰਨਾਮਾ ਲਿਖ ਕੇ ਮੁਕਤਸਰ ਦੀ ਜੰਗ ਤੋਂ ਬਾਅਦ ਪਹੁੰਚ ਗਏ ਸਾਬੋ ਕੀ ਤਲਵੰਡੀ। ਸਾਬੋ ਕੀ ਤਲਵੰਡੀ ਮਹਾਰਾਜ ਨੇ 4 ਅਹਿਮ ਫੈਸਲੇ ਲਏ। ਪਹਿਲਾ ਸੀ ਗੁਰੂ ਪੰਥ, ਦੂਜਾ ਗੁਰੂ ਗ੍ਰੰਥ, ਤੀਜਾ ਗੁਰ ਸਿੱਖ, ਚੌਥਾ ਗੁਰੂ ਪੁੱਤਰ। ਨਾਲ ਨਾਲ ਅਸੀਂ ਇੱਕ ਭਾਈ ਗੁਰਦਾਸ ਦਾ ਬਚਨ ਸਾਂਝਾ ਕੀਤਾ ਸੀ ਕਿ ਭਾਈ ਗੁਰਦਾਸ ਲਿਖਦੇ ਨੇ, ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਕਿ ਵੀ ਐਸੀ ਕਿਹੜੀ ਕਰਾਮਾਤ ਹੈ ਜਿਸ ਦੇ ਆਸਰੇ ਤੁਸੀਂ ਸੁਮੇਰ ਪਰਬਤ 'ਤੇ ਪਹੁੰਚੇ। ਮਹਾਰਾਜ ਕਹਿੰਦੇ 2 ਚੀਜ਼ਾਂ ਨੇ, ਇੱਕ ਗੁਰੂ ਕੀ ਸੰਗਤ ਅਤੇ ਗੁਰੂ ਕੀ ਬਾਣੀ। ਉਸ ਗੁਰੂ ਕੀ ਸੰਗਤ ਨੂੰ ਅੱਗੇ ਜਾ ਕੇ ਗੁਰੂ ਪੰਥ ਦਾ ਦਰਜਾ ਮਿਲਿਆ, ਉਸ ਗੁਰਬਾਣੀ ਨੂੰ ਗੁਰੂ ਪੰਥ ਦਾ। ਆਓ ਵਿਸ਼ੇ ਨੂੰ ਅੱਗੇ ਲੈ ਕੇ ਚੱਲੀਏ। ਸਤ ਸੰਗਤ ਬਾਰੇ ਕੱਲ੍ਹ ਅਸੀਂ ਖੁੱਲ੍ਹ ਕੇ ਵਿਚਾਰ ਕੀਤੀ ਹੈ। ਹੁਣ ਪਹਿਲਾ ਵਿਸ਼ਾ ਮੈਂ ਲੈ ਕੇ ਚੱਲ ਰਿਹਾ, ਗੁਰੂ ਪੰਥ। ਜਦੋਂ ਮਹਾਰਾਜ ਸਾਬੋ ਕੀ ਤਲਵੰਡੀ ਪਹੁੰਚੇ, ਇੱਥੇ ਭਾਈ ਡੱਲੇ ਨੇ ਨਾ ਮਹਾਰਾਜ ਦੀ ਬੜੀ ਸੇਵਾ ਕੀਤੀ, ਅਤੇ ਲਗਭਗ ਭਾਈ ਡੱਲਾ ਹਰ ਸਮੇਂ ਮਹਾਰਾਜ ਦੇ ਨਾਲ ਹੀ ਵਿਚਰਿਆ। ਥੋੜ੍ਹੇ ਦਿਨ ਪਹਿਲੇ ਮੈਂ ਇੱਕ ਪੁਸਤਕ ਪੜ੍ਹ ਰਿਹਾ ਸੀ, ਉਹਦੇ ਵਿੱਚ ਇੱਕ ਬੜਾ ਪਿਆਰਾ ਬਚਨ ਲਿਖਿਆ। ਕਹਿੰਦੇ ਇੱਕ ਐਸਾ ਸਮਾਂ ਆ ਗਿਆ ਜਦੋਂ ਮਹਾਰਾਜ ਸਾਬੋ ਕੀ ਤਲਵੰਡੀ ਦੇ ਇਲਾਕੇ ਵਿੱਚ ਵਿਚਰਦੇ ਪਏ ਨੇ ਕਿ ਉਸ ਵੇਲੇ ਮਹਾਰਾਜ ਇਕੱਲੇ ਨੇ, ਅਤੇ ਭਾਈ ਡੱਲਾ ਵੀ ਮਹਾਰਾਜ ਦੇ ਨਾਲ ਨਹੀਂ। ਅਤੇ ਕਹਿੰਦੇ ਮਹਾਰਾਜ ਨੂੰ ਨਾ ਇੱਕ ਸਾਧੂ ਮਿਲ ਗਿਆ, ਅਤੇ ਸਾਧੂ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਵੇਖ ਕੇ ਵਿਅੰਗ ਕੀਤਾ। ਉਹ ਸਾਧੂ ਨੇ ਕੀ ਵਿਅੰਗ ਕੀਤਾ? ਕਹਿੰਦੇ ਡੱਲਾ ਨਾ ਮੱਲਾ, ਗੁਰੂ ਰਹਿ ਗਿਆ ਕੱਲਾ। ਡੱਲਾ ਨਾ ਮੱਲਾ, ਗੁਰੂ ਰਹਿ ਗਿਆ ਕੱਲਾ। ਅਤੇ ਕਲਗੀਆਂ ਵਾਲੇ ਮਹਾਰਾਜ ਹੱਸ ਪਏ, ਕਹਿਣ ਲੱਗੇ ਸਾਧ ਜੀ, ਸੰਤ ਜੀ, ਡੱਲਾ ਨਾ ਮੱਲਾ, ਗੁਰੂ ਕਦੇ ਨਹੀਂ ਕੱਲਾ, ਗੁਰੂ ਦੇ ਨਾਲ ਹੈ ਅੱਲਾ। ਕਦੀ ਵੀ ਕੋਈ ਜੀਵ ਕੱਲਾ ਨਹੀਂ ਹੁੰਦਾ, ਗੁਰੂ ਅਤੇ ਪਰਮਾਤਮਾ ਹਰ ਵੇਲੇ ਜੀਵ ਦੇ ਨਾਲ ਹੁੰਦੇ ਨੇ। ਤਾਈ ਤਾਂ ਪੜ੍ਹੋ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਧਿਆਨ ਦੇਣਾ। ਹੁਣ ਉਹ ਭਾਈ ਡੱਲੇ ਨੇ ਬੜੀ ਸੇਵਾ ਕੀਤੀ, ਬੜੀ ਸੇਵਾ ਕੀਤੀ, ਬੜੀ ਸੇਵਾ ਕੀਤੀ। ਇੱਕ ਦਿਨ ਮਹਾਰਾਜ ਸੇਵਾ ਤੋਂ ਟੁੱਟ ਪਏ ਅਤੇ ਮਹਾਰਾਜ ਕਹਿੰਦੇ ਭਾਈ ਡੱਲਿਆ ਮੰਗ ਕੀ ਮੰਗਦਾ ਹੈ? ਮੈਂ ਪਹਿਲਾ ਵਿਸ਼ਾ ਰੱਖਣ ਲੱਗਾ ਗੁਰੂ ਪੰਥ।
ਮਹਾਰਾਜ ਕਹਿਣ ਲੱਗੇ, ਡੱਲਿਆ ਮੰਗ ਕੀ ਮੰਗਦਾ ਹੈ? ਭਾਈ ਡੱਲੇ ਨੇ ਹੱਥ ਜੋੜੇ, ਕਹਿੰਦੇ ਮਹਾਰਾਜ ਦੁਨਿਆਵੀ ਕਿਸੇ ਪਦਾਰਥ ਦੀ ਭੁੱਖ ਨਹੀਂ ਰਹਿ ਗਈ। ਦੇਖੋ ਸਾਧ ਸੰਗਤ ਜੀ, ਇਹਨਾਂ ਵੱਖ ਵੱਖ ਸਟੇਜਾਂ ਨੇ। ਬੰਦਾ ਪਹਿਲੇ ਗੁਰੂ ਘਰ ਆਉਂਦਾ, ਦੁਨਿਆਵੀ ਪਦਾਰਥਾਂ ਦੀ ਮੰਗ ਕਰਦਾ ਔਰ ਮੰਗਣਾ ਵੀ ਹੈ। ਜੇ ਪੁੱਤਰ ਪਿਓ ਕੋਲੋਂ ਨਹੀਂ ਮੰਗੇਗਾ ਤੇ ਕਿਹਦੇ ਕੋਲੋਂ ਮੰਗੇਗਾ? ਭਗਤਾਂ ਨੇ ਵੀ ਮੰਗਿਆ, ਕਹਿੰਦੇ ਗੋਪਾਲ ਤੇਰਾ ਆਰਤਾ, ਆਰਤਾ ਕਹਿੰਦੇ ਦੁਖਿਆਰੇ ਨੂੰ, ਦੁਖੀ ਨੂੰ। ਹੇ ਰੱਬਾ ਅਸੀਂ ਦੁਖੀ ਹਾਂ, ਤੁਹਾਡੇ ਦੁਖਿਆਰੇ ਹਾਂ, ਤੁਹਾਡੇ ਦਰ 'ਤੇ ਫਰਿਆਦ ਲੈ ਕੇ ਆਏ ਹਾਂ। ਤੇ ਇੱਕ ਗੱਲ ਵੀ ਸੁਣੀਏ ਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਪਰ ਭਗਤੀ ਤਾਂ ਕਰਾਂਗੇ ਜੇ ਸਾਡੀਆਂ ਲੋੜਾਂ ਪੂਰੀਆਂ ਹੋਣਗੀਆਂ। ਤੇ ਲੋੜਾਂ ਕੀ ਨੇ? ਦਾਲ ਸੀਦਾ ਮੰਗੋ ਕੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਪੰਨੀਆਂ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ। ਗੋ ਪੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਕੇਰੀ। ਤਾਜਨ ਤੁਰੀ ਦਾ ਮਤਲਬ ਅਰਬੀ ਘੋੜੀ। ਉਸ ਵੇਲੇ ਯਾਤਾਯਾਤ ਦੇ ਸਾਧਨ ਸਨ। ਜੇ ਅੱਜ ਕੋਈ ਸਿੱਖ BMW ਮੰਗ ਲੇ ਤਾਂ ਕੀ ਹੋਇਆ? ਬਸ ਇੱਕ ਗੱਲ ਚੇਤੇ ਰੱਖਣੀ ਹੈ, ਸਿੱਖ ਦਾ ਤਨ ਮਹਿੰਗੀ ਤੋਂ ਮਹਿੰਗੀ ਗੱਡੀ 'ਤੇ ਹੋਵੇ, ਪਰ ਸਿੱਖ ਦਾ ਮਨ ਗੁਰੂ ਦੇ ਸ਼ਬਦ ਦੀ ਗੱਡੀ 'ਤੇ ਹੋਵੇ। ਦਾਤ ਕੋਈ ਮਾੜੀ ਨਹੀਂ। ਅਗਰ ਉਸ ਦਾਤ ਦੇ ਨਾਲ ਤੁਹਾਨੂੰ ਦਾਤਾਰ ਚੇਤੇ ਆਉਂਦਾ ਨਾ, ਦਾਤ ਨੂੰ ਵੀ ਨਮਸਕਾਰ ਹੈ। ਪਰ ਜਦੋਂ ਦਾਤ ਲੈ ਕੇ ਦਾਤਾਰ ਨੂੰ ਭੁੱਲ ਜਾਂਦੇ ਹਾਂ, ਫਿਰ ਉਸ ਦਾਤ ਨੂੰ ਵੀ ਲਾਨਤ ਹੈ। ਇੱਕ ਸਟੇਜ ਹੈ, ਮੰਗਦਾ ਹੈ, ਮੰਗੀ ਜੇ, ਇਹ ਪਹਿਲੀ ਸਟੇਜ ਹੈ। ਪਰ ਇੱਕ ਗੱਲ ਧਿਆਨ ਰੱਖਣਾ, ਭਗਤਾਂ ਨੇ ਲੋੜਾਂ ਦੀ ਚੀਜ਼ਾਂ ਮੰਗੀਆਂ ਨੇ, ਲੋੜ ਪੂਰੀ ਹੋ ਜਾਂਦੀ ਹੈ, ਲੋਭ ਕਦੀ ਪੂਰਾ ਨਹੀਂ ਹੁੰਦਾ। ਨਸੈਸਰੀ ਪੂਰੀ ਹੋ ਜਾਂਦੀ ਹੈ, ਲਗਜ਼ਰੀ ਅੱਜ ਤੱਕ ਕਿਸੇ ਦੀ ਪੂਰੀ ਨਹੀਂ ਹੋਈ। ਤਾਂ ਹੀ ਨਾਲ ਕਿਹਾ ਮੈਂ ਨਾ ਹੀ ਕੀਤਾ, ਲੱਭੋ ਇੱਕ ਨਾਮ ਤੇਰਾ ਮੈਂ ਪੱਬੋ। ਇਹ ਪਹਿਲੀ ਸਟੇਜ ਹੈ ਕਿ ਜਦੋਂ ਜੀਵ ਆਇਆ ਆਖੈ ਮੰਗੈ ਦੇ ਦਾਤ ਕਰੇ ਦਾਤਾਰ। ਮੰਗੀ ਜਾਂਦਾ, ਗੁਰੂ ਦੇਈ ਜਾ ਰਿਹਾ। ਫਿਰ ਮਨ ਵਿੱਚ ਆਇਆ, ਮੈਂ ਆ ਕੇ ਮੰਗਦਾ ਤਾਂ ਹਾਂ, ਥੋੜ੍ਹੀ ਬਹੁਤੀ ਸੇਵਾ ਵੀ ਕਰਾਂ ਨਾ। ਮਹਾਰਾਜ ਕਹਿੰਦੇ ਹੁਣ ਦੂਜੀ ਸਟੇਜ 'ਤੇ ਪਹੁੰਚ ਗਿਆ, ਸੇਵਾ ਥੋੜ੍ਹੀ ਮੰਗਣ ਬਹੁਤਾ। ਪਰ ਚਲੋ ਸੇਵਾ ਕੀਤੀ, ਇੱਕ ਪੌੜੀ ਚੜ੍ਹ ਗਿਆ। ਪਰ ਹੁਣ ਮੰਗਦਾ ਹੈ, ਪਰ ਕੀ ਮੰਗਦਾ ਹੈ? ਨਾਮ ਮੰਗਦਾ ਹੈ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਇੱਕ ਅਵਸਥਾ ਬਣ ਜਾਂਦੀ ਹੈ। ਮੈਂ ਕਿਸੇ ਵਿਦਵਾਨ ਨੂੰ ਪੜ੍ਹ ਰਿਹਾ ਸੀ, ਉਹ ਕਹਿੰਦੇ ਉਸ ਵੇਲੇ ਰੱਬ ਕਹਿੰਦਾ ਦੱਸ ਤੇਰੀ ਕੀ ਚਾਹਨਾ ਹੈ, ਤੂੰ ਕੀ ਚਾਹੁੰਦਾ ਹੈ? ਤੇ ਹੱਥ ਜੋੜ ਕੇ ਇੱਕੋ ਗੱਲ ਕਹਿੰਦਾ, ਹਮਰੀ ਚਾਹੀ ਕਰਨ ਕੀ, ਜੋ ਹੈ ਤੁਮਰੀ ਚਾਹ ਤੁਮ ਆਪਣੀ ਚਾਹੀ ਕਰੋ, ਇਹ ਹੈ ਹਮਰੀ ਚਾਹ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਜੋ ਤੁਧ ਭਾਵੈ ਸਾਈ ਭਲੀ ਕਾਰ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤੁਧ ਭਾਵੈ ਨਾਨਕਾ ਸਾਈ ਗੱਲ ਚੰਗੀ ਅਵਸਥਾ ਹੈ। ਗੁਰੂ ਬਣਾਵੇ, ਗੁਰੂ ਕਿਰਪਾ ਕਰੇ ਤਾਂ ਹੀ ਬਣਦੀ ਹੈ। ਹੁਣ ਭਾਈ ਡੱਲੇ ਦੀ ਅਵਸਥਾ ਬਣ ਗਈ। ਕਹਿੰਦਾ ਮਹਾਰਾਜ ਦੁਨਿਆਵੀ ਕਿਸੇ ਪਦਾਰਥ ਦੀ ਭੁੱਖ ਨਹੀਂ। ਜਦੋਂ ਨਾਮ ਦੀ ਭੁੱਖ ਲੱਗਦੀ ਨਾ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੁੱਖ। ਮਹਾਰਾਜ ਦੁਨਿਆਵੀ ਕਿਸੇ ਪਦਾਰਥ ਦੀ ਲੋੜ ਨਹੀਂ, ਪਰ ਜੇ ਤਰੁੱਠੇ ਹੋ ਤੇ ਦਰਗਾਹ ਦੇ ਅੰਦਰ ਨਾ ਪੀੜੀ ਜਿੰਨੀ ਥਾਂ ਬਖਸ਼ ਦੇਣਾ। ਹੁਣ ਇੱਕ ਗੱਲ ਆਪ ਜੀ ਚੇਤੇ ਰੱਖਣਾ, ਕਲਗੀਆਂ ਵਾਲੇ ਮਹਾਰਾਜ ਪਰਮੇਸ਼ਰ ਨੇ। ਉਹ ਭਾਵੇਂ ਸਤਿਗੁਰ ਦੀ ਨਿਮਰਤਾ ਹੈ। ਮਹਾਰਾਜ ਨੇ ਕਿਹਾ ਜੋ ਹਮਕੋ ਪਰਮੇਸ਼ਰ ਉਚਰੈ, ਤੇ ਸਭ ਨਰਕ ਕੁੰਟ ਮੈਂ ਪਰ ਹੈ। ਪਰ ਉਹ ਪਰਮੇਸ਼ਰ ਨੇ, ਕੀ ਨਹੀਂ ਕਰ ਸਕਦੇ, ਕੀ ਨਹੀਂ ਦੇ ਸਕਦੇ। ਪਰ ਮਹਾਰਾਜ ਨੇ ਕਿਹਾ ਭਾਈ ਡੱਲਿਆ
ਤੂੰ ਦੁਨਿਆਵੀ ਪਦਾਰਥਾਂ ਨਾਲ ਸੇਵਾ ਕੀਤੀ, ਦੁਨਿਆਵੀ ਪਦਾਰਥ ਜਿੰਨੇ ਕਹੇਂਗਾ ਮੈਂ ਦੇ ਦਿਆਂਗਾ, ਪਰ ਜਿਹੜੀ ਦਰਗਾਹ ਵਿੱਚ ਪੀੜੀ ਜਿੰਨੀ ਥਾਂ ਦੀ ਤੂੰ ਗੱਲ ਕਰਦਾ ਨਾ, ਉਹ ਪਾਵਰ ਹੁਣ ਮੇਰੇ ਕੋਲ ਨਹੀਂ ਰਹੀ। ਉਹ ਪਾਵਰ ਤਾਂ ਮੈਂ 1699 ਦੀ ਵਿਸਾਖੀ 'ਤੇ 5 ਪਿਆਰਿਆਂ ਨੂੰ ਪੰਥ ਸਾਜ ਕੇ ਦੇ ਆਇਆ ਹਾਂ। ਹਾਲਾਂਕਿ ਕਲਗੀਆਂ ਵਾਲੇ ਮਹਾਰਾਜ ਅੰਮ੍ਰਿਤ ਦੇ ਦਾਤੇ ਨੇ, ਪਰ ਮਹਾਰਾਜ ਕਹਿੰਦੇ ਖੁਦ ਮੈਂ 5 ਪਿਆਰੇ ਸਾਜ ਕੇ, ਪੰਥ ਸਾਜ ਕੇ, ਉਹ ਸਾਰੀ ਪਾਵਰ ਉਹਨਾਂ ਨੂੰ ਦੇ ਦਿੱਤੀ ਜਿੰਦਾ ਸੰਕਲਪ ਗੁਰੂ ਨਾਨਕ ਸਾਹਿਬ ਨੇ ਪਹਿਲੇ ਜਾਮੇ ਵਿੱਚ ਲਿਆ ਸੀ, ਗੁਰੂ ਸੰਗਤ। ਮੈਂ ਉਹਨੂੰ ਗੁਰੂ ਪੰਥ ਦਾ ਦਰਜਾ ਦਿੱਤਾ ਅਤੇ ਆਪ ਗੋਡੇ ਟੇਕ ਕੇ, ਝੋਲੀ ਅੱਡ ਕੇ ਅੰਮ੍ਰਿਤ ਦੀ ਮੰਗ ਕੀਤੀ। ਅੱਜ ਤੱਕ ਕਿਸੇ ਨੂੰ ਪ੍ਰੇਰਨਾ ਦਿਓ ਨਾ, ਇੱਕੋ ਗੱਲ ਕਹਿ ਕੇ ਜਾਨ ਛਡਾ ਲੈਂਦੇ ਜੀ, ਮਨ ਸਾਫ਼ ਹੋਣਾ ਚਾਹੀਦਾ, ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਕੀ ਸਾਡਾ ਮਨ ਕਲਗੀਆਂ ਵਾਲੇ ਮਹਾਰਾਜ ਤੋਂ ਵਧੀਕ ਸਾਫ਼ ਹੈ, ਜਿਨ੍ਹਾਂ ਨੇ 5 ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਪੰਥ ਸਾਜਿਆ, ਖੁਦ ਅੰਮ੍ਰਿਤ ਦੇ ਦਾਤੇ ਲਈ, ਪਰ ਝੋਲੀ ਅੱਡ ਕੇ ਕਹਿੰਦੇ ਅੰਮ੍ਰਿਤ ਮੈਨੂੰ ਵੀ ਦਿਓ ਖਾਲਸਾ ਜੀ, ਮੈਂ ਵੀ ਨਾਮ, ਮੈਨੂੰ ਵੀ ਚੜ੍ਹੇ ਨਾਮ ਕੌਮ ਦੀ ਰੰਗਨ, ਮੈਂ ਵੀ ਮਾਣ ਨਾ ਰੱਬੀ ਹੁਲਾਰਿਆਂ ਨੂੰ। ਦਇਆ ਸਿੰਘ ਨੇ ਮੋੜ ਜਵਾਬ ਦਿੱਤਾ, ਸੌਦਾ ਇਸ ਪਾ ਪਿਆ ਵਣਜਾਰਿਆਂ ਨੂੰ, ਨਾ ਮੁਫਤ ਲੈਣਾ ਨਾ ਮੁਫਤ ਲਿਆ, ਨਾ ਮੁਫਤ ਦੇਣਾ, ਮਿਲਦਾ ਸਿਰਾਂ ਦੇ ਬੂਬਿਆਂ ਤਾਰਿਆਂ। ਭਾਈ ਦਇਆ ਸਿੰਘ ਕਹਿਣ ਲੱਗੇ ਮਹਾਰਾਜ ਇਹ ਕੋਈ ਅੰਮ੍ਰਿਤ ਮੁਫਤ ਮਿਲਿਆ ਸੀ? ਸੀਸ ਭੇਟ ਕਰਕੇ ਇਹ ਅੰਮ੍ਰਿਤ ਲਿਆ, ਅਤੇ ਤੁਸੀਂ ਤਾਂ ਸਾਡੇ ਗੁਰੂ ਹੋ, ਤੁਹਾਨੂੰ ਤਾਂ ਸੀਸ ਨਾਲੋਂ ਵੱਧ ਕੋਈ ਚੀਜ਼ ਭੇਟ ਕਰਨੀ ਚਾਹੀਦੀ ਹੈ। ਅੰਮ੍ਰਿਤ ਮੈਨੂੰ ਵੀ ਦਿਓ ਖਾਲਸਾ ਜੀ, ਮੈਨੂੰ ਨਾਮ ਕੌਮ ਦੀ ਚੜ੍ਹੇ ਰੰਗਨ, ਮੈਂ ਵੀ ਮਾਣ ਨਾ ਰੱਬੀ ਹੁਲਾਰਿਆਂ ਨੂੰ। ਦਇਆ ਸਿੰਘ ਨੇ ਮੋੜ ਜਵਾਬ ਦਿੱਤਾ, ਸੌਦਾ ਇਸ ਪਾ ਪਿਆ ਵਣਜਾਰਿਆਂ ਨੂੰ, ਨਾ ਮੁਫਤ ਲਿਆ ਨਾ ਮੁਫਤ ਦੇਣਾ, ਮਿਲਦਾ ਸਿਰਾਂ ਦੇ ਬੂਬਿਆਂ ਤਾਰਿਆਂ। ਗੋਬਿੰਦ ਆਖਿਆ ਰੱਬ ਗਵਾਹ ਲੈ ਲਓ, ਕੀਤੇ ਬੋਲਾਂ ਤੇ ਪੂਰਨੇ ਪਾ ਦਿਆਂਗਾ। ਤੁਸਾਂ ਤਾਂ ਅੰਮ੍ਰਿਤ ਲਈ ਇੱਕ ਇੱਕ ਸੀਸ ਦਿੱਤਾ, ਮੈਂ ਤਾਂ ਸਾਰਾ ਹੀ ਸਰਬੰਸ ਲੁਟਾ ਦਿਆਂਗਾ, ਮੈਂ ਤਾਂ ਸਾਰਾ ਹੀ ਸਰਬੰਸ ਲੁਟਾ ਦਿਆਂਗਾ। ਸੱਚਖੰਡ ਵਾਸੀ ਭਾਈ ਸਾਧੂ ਸਿੰਘ ਜੀ ਦੇਹਰਾਦੂਨ ਵਾਲਿਆਂ ਨੇ ਉਹ ਗੀਤ ਲਿਖਿਆ ਸੀ ਕਿ ਦਾਮ ਤੋਂ ਨਾ ਦੇ ਸਕੂ ਭੇਟਾ ਮਨਜ਼ੂਰ ਕਰੋ, ਸੁਣੋ ਦਇਆ ਸਿੰਘ ਜੋ ਜੋ ਭੇਟ ਮੈਂ ਚੜਾਊਂਗਾ। ਤਾਂ ਮਹਾਰਾਜ ਕਹਿੰਦੇ ਮੇਰੇ ਕੋਲ ਪਾਵਰ ਨਹੀਂ, ਉਹ ਪਾਵਰ ਹੈ ਗੁਰੂ ਪੰਥ ਕੋਲ। ਉਸੇ ਗੁਰੂ ਪੰਥ ਦਾ ਹੁਕਮ ਮੈਂ ਅੱਗੇ ਚੱਲ ਕੇ 1704 ਦੇ ਅੰਦਰ ਚਮਕੌਰ ਦੀ ਗੜੀ ਅੰਦਰ ਮੰਨਿਆ ਅਤੇ ਰਾਤ ਪਿਆ ਚਮਕੌਰ ਦੀ ਗੜੀ ਨੂੰ ਛੱਡਿਆ। ਭਾਈ ਡੱਲਾ ਮਹਾਰਾਜ ਦਾ ਇਸ਼ਾਰਾ ਸਮਝ ਗਿਆ, ਉਹ ਭਾਈ ਡੱਲਾ 5 ਪਿਆਰਿਆਂ ਦੇ ਪੇਸ਼ ਹੋਇਆ, ਅੰਮ੍ਰਿਤ ਛਕ ਕੇ ਡੱਲਾ ਸਿੰਘ ਸੱਜ ਗਿਆ। ਤੋ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਗੁਰੂ ਸੰਗਤ ਕਿਹਾ, ਮਹਾਰਾਜ ਨੇ ਗੁਰੂ ਪੰਥ ਦਾ ਦਰਜਾ ਦਿੱਤਾ ਅਤੇ ਸਾਬੋ ਕੀ ਤਲਵੰਡੀ ਅਹਿਮ ਫੈਸਲਾ ਕਰ ਦਿੱਤਾ ਕਿ ਅੱਜ ਮੇਰੇ ਹੱਥ ਕੁਛ ਨਹੀਂ, ਸਾਰਾ ਅਖਤਿਆਰ ਹੁਣ ਪੰਜਾਂ ਦੇ ਕੋਲ ਹੈ, ਗੁਰੂ ਪੰਥ ਕੋਲ ਹੈ। ਹੁਣ ਦੂਜੀ ਗੱਲ ਕਰਾਂਗੇ ਗੁਰੂ ਗ੍ਰੰਥ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ 1601 ਦੇ ਅੰਦਰ ਆਦਿ ਬੀੜ ਦੀ ਸੰਪਾਦਨਾ ਸ਼ੁਰੂ ਕੀਤੀ ਸੀ, ਜੋ 1604 ਦੇ ਅੰਦਰ ਮੁਕੰਮਲ ਹੋਈ। ਪਹਿਲਾ ਪ੍ਰਕਾਸ਼ 1 ਸਤੰਬਰ 1604 ਨੂੰ ਹੋਇਆ। ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਥਾਪੇ ਗਏ ਅਤੇ ਪਹਿਲਾ ਹੁਕਮ ਆਇਆ ਸੀ ਸੰਤਾਂ ਕੇ ਕਾਰਜ ਆਪ ਖਲੋਇਆ। ਧਿਆਨ ਦੇਣਾ, ਉਦੋਂ ਇਸ ਦਾ ਨਾਮ ਸੀ ਪੋਥੀ ਪਰਮੇਸ਼ਰ ਕਾ ਥਾਨ। ਹੁਣ ਅੱਗੇ ਚੱਲੀਏ, ਜਦੋਂ 6ਵੇਂ ਪਾਤਸ਼ਾਹ ਦਾ ਸਮਾਂ ਆਇਆ ਨਾ, ਇੱਕ 1613 ਅਤੇ ਇੱਕ 1631, ਇਹ ਦੋ ਐਸੇ ਸਨ ਨੇ, 1613 ਅਤੇ 1631,
ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਭਾਈ ਕੀ ਡਰੋਲੀ ਗਏ ਨੇ। ਭਾਈ ਕੀ ਡਰੋਲੀ ਮੋਗੇ ਦੇ ਬਿਲਕੁਲ ਨੇੜੇ ਹੈ। ਇੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਾਂਢੂ ਸਾਈਂ ਦਾਸ ਜੀ ਰਹਿੰਦੇ ਨੇ। 1613 ਵਿੱਚ ਉਦੋਂ ਗਏ ਜਦੋਂ ਸਾਈਂ ਦਾਸ ਨੇ ਨਵਾਂ ਘਰ ਬਣਾਇਆ ਸੀ ਅਤੇ ਇੱਕੋ ਗੱਲ ਕਹੀ ਸੀ ਵੀ ਜਦ ਤੱਕ ਮਹਾਰਾਜ ਨਹੀਂ ਆਉਣਗੇ ਨਾ, ਮੈਂ ਨਵੇਂ ਘਰ ਦੇ ਵਿੱਚ ਪ੍ਰਵੇਸ਼ ਨਹੀਂ ਕਰਨਾ। ਮਹਾਰਾਜ 1613 ਵਿੱਚ ਆਏ। ਫਿਰ ਜਦੋਂ ਮਹਾਰਾਜ ਦੁਬਾਰਾ 1631 ਵਿੱਚ ਆਏ ਨਾ, ਉਹਨਾਂ ਦਿਨਾਂ ਵਿੱਚ ਮਾਤਾ ਦਮੋਦਰੀ ਜੀ ਅਕਾਲ ਚਲਾਣਾ ਕਰ ਗਏ ਸਨ। ਮਾਤਾ ਦਮੋਦਰੀ ਜੀ ਦੇ ਨਿਮਿਤ ਜਿਹੜਾ ਸਹਿਜ ਪਾਠ ਰੱਖਣਾ ਸੀ, ਧਿਆਨ ਦੇਣਾ, ਉਹ ਸਹਿਜ ਪਾਠ ਰੱਖਣ ਦੇ ਲਈ ਜਿਹੜੀ ਆਦਿ ਬੀੜ ਹੈ ਨਾ, ਜਿੰਦਾ ਪਹਿਲਾ ਪ੍ਰਕਾਸ਼ ਹੋਇਆ, ਉਹ ਹਰਿਮੰਦਰ ਸਾਹਿਬ ਦੀ ਧਰਤੀ ਤੋਂ ਲਿਆਂਦੀ ਗਈ। ਅਤੇ ਜਦੋਂ ਆਦਿ ਬੀੜ ਭਾਈ ਕੀ ਡਰੋਲੀ ਪਹੁੰਚ ਗਈ, ਜਿਹੜਾ ਧੀਰਮਲ ਹੈ ਨਾ, ਉਹ ਕਹਿਣ ਲੱਗਾ ਮਹਾਰਾਜ ਮੈਂ ਇਸ ਬੀੜ ਦੀ ਸੇਵਾ ਕਰਾਂਗਾ। ਸੇਵਾ ਕੀ ਕਰਨੀ ਸੀ? ਧੀਰਮਲ ਨੇ ਨਾ ਉਹ ਬੀੜ ਆਪਣੇ ਕਬਜ਼ੇ ਵਿੱਚ ਕਰ ਲਈ। ਮੈਂ ਤੁਹਾਨੂੰ ਇੱਕ ਪ੍ਰਮਾਣ ਵੀ ਦਿੰਦਾ। ਜਦੋਂ ਦਿੱਲੀ ਦੀ ਧਰਤੀ 'ਤੇ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਪੰਜ ਭੂਤਕ ਚੋਲੇ ਦਾ ਤਿਆਗ ਕਰਨ ਲੱਗੇ ਨਾ, ਅਤੇ ਸੰਗਤ ਨੇ ਕਿਹਾ ਮਹਾਰਾਜ ਸਾਨੂੰ ਕਿੰਦੇ ਲੜ ਲਾ ਕੇ ਚੱਲੇ ਹੋ। ਮਹਾਰਾਜ ਨੇ ਰਸਤ ਮੰਗਾਈ, ਸਮੱਗਰੀ ਮੰਗਾਈ, ਸਮੱਗਰੀ 'ਤੇ ਹੱਥ ਰੱਖ ਕੇ ਮਹਾਰਾਜ ਨੇ ਕਿਹਾ ਸੀ ਕਿ ਬਾਬਾ ਬਾਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ। ਅਤੇ ਉਸ ਵੇਲੇ ਕੀ ਹੋਇਆ, ਬਕਾਲੇ ਦੀ ਧਰਤੀ 'ਤੇ 22 ਮੰਜੀਆਂ ਲੱਗੀਆਂ ਸਨ। ਅਤੇ ਜਿਹੜੀ ਧੀਰਮਲ ਨੇ ਮੰਜੀ ਲਾਈ ਸੀ ਨਾ, ਉਸ ਨੇ ਆਦਿ ਬੀੜ ਦਾ ਪ੍ਰਕਾਸ਼ ਵੀ ਕੀਤਾ ਸੀ। ਮਤਲਬ ਕਿ ਉਹ ਬੀੜ ਧੀਰਮਲ ਕੋਲ ਚਲੀ ਗਈ। ਹੁਣ ਕਲਗੀਆਂ ਵਾਲੇ ਮਹਾਰਾਜ ਨੇ ਸਾਬੋ ਕੀ ਤਲਵੰਡੀ ਦਮਦਮੀ ਬੀੜ ਲਿਖਵਾਈ। ਸਭ ਤੋਂ ਪਹਿਲੇ ਧੀਰਮਲ ਨੂੰ ਸੁਨੇਹਾ ਭੇਜਿਆ ਕਿ ਉਹ ਆਦਿ ਬੀੜ ਦੇ ਦੇਵੇ, ਆਦਿ ਬੀੜ ਵਾਲੀ ਸਾਰੀ ਬਾਣੀ, ਅਤੇ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਦਰਜ ਕਰਨੀ ਹੈ। ਧੀਰਮਲ ਨੇ ਇਨਕਾਰ ਕਰ ਦਿੱਤਾ, ਮੈਂ ਕੋਈ ਬੀੜ ਨਹੀਂ ਦੇਣੀ। ਮਹਾਰਾਜ ਨੇ ਚੌਂਕੜਾ ਮਾਰਿਆ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨੂੰ ਬੁਲਾਇਆ। ਹੁਣ ਇੱਥੇ ਨਾ ਕਈ ਕਿੰਤੂ ਪਰੰਤੂ ਕਰਦੇ ਨੇ ਕਿ ਮਹਾਰਾਜ ਨੇ ਕਿਸ ਤਰ੍ਹਾਂ ਚੌਂਕੜਾ ਮਾਰ ਕੇ ਸਾਰੀ ਬਾਣੀ ਲਿਖਵਾ ਲਈ। ਮੈਂ ਤੁਹਾਨੂੰ ਇੱਕ ਦ੍ਰਿਸ਼ਟਾਂਤ ਦਿੰਦਾ, ਗੱਲ ਤੁਹਾਡੀ ਪਕੜ ਵਿੱਚ ਆਏਗੀ। ਇੱਕ ਗ੍ਰੰਥ ਹੈ ਜਿਹਨੂੰ ਮਹਾਨ ਕੋਸ਼ ਕਿਹਾ ਜਾਂਦਾ, ਇਨਸੈਕਲੋਪੀਡੀਆ ਆਫ ਸਿੱਖੀਜ਼ਮ। ਉਹ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ। ਅਤੇ ਕਾਹਨ ਸਿੰਘ ਨਾਭਾ ਜੀ ਦੇ ਪਿਤਾ ਦਾ ਨਾਮ ਹੈ ਸਰਦਾਰ ਨਾਰਾਇਣ ਸਿੰਘ ਜੀ। ਸਰਦਾਰ ਨਾਰਾਇਣ ਸਿੰਘ ਜੀ ਨੂੰ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੂੰਹ ਜ਼ੁਬਾਨੀ ਚੇਤੇ ਸੀ, ਅਤੇ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ 2 ਵਾਰ ਇੱਕੋ ਚੌਂਕੜੇ 'ਤੇ ਮੂੰਹ ਜ਼ੁਬਾਨੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕੀਤਾ। ਇਹ ਛੋਟੀ ਗੱਲ ਨਹੀਂ। ਪੂਰਾ ਗੁਰੂ ਗ੍ਰੰਥ ਸਾਹਿਬ ਮੂੰਹ ਜ਼ੁਬਾਨੀ ਚੇਤੇ, 2 ਵਾਰ ਇੱਕੋ ਚੌਂਕੜੇ 'ਤੇ ਧੁਰ ਕੀ ਬਾਣੀ ਦਾ ਸਾਰਾ ਅਖੰਡ ਪਾਠ ਮੂੰਹ ਜ਼ੁਬਾਨੀ ਕੀਤਾ। ਅਤੇ ਜੇ ਇੱਕ ਗੁਰੂ ਕੇ ਸਿੱਖ ਨੂੰ ਸਾਰੀ ਬਾਣੀ ਕੰਠ ਹੋ ਸਕਦੀ ਹੈ, ਕਲਗੀਆਂ ਵਾਲੇ ਮਹਾਰਾਜ ਦੇ ਅੰਦਰ ਤਾਂ ਉਹ ਜੋਤ ਹੈ ਜਿਸ ਜੋਤ ਨੇ ਪਹਿਲੇ ਜਾਮਿਆਂ ਦੇ ਵਿੱਚ ਬਾਣੀ ਉਚਾਰਨ ਕੀਤੀ, ਬਾਣੀ ਦੀ ਸੰਪਾਦਨਾ ਕਰਾਈ। ਮਹਾਰਾਜ ਨੇ ਚੌਂਕੜਾ ਮਾਰ ਲਿਆ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਕੋਲ ਬੁਲਾ ਲਿਆ। ਹੁਣ ਆਪ ਜੀ ਬਾਬਾ ਦੀਪ ਸਿੰਘ ਜੀ ਦਾ ਅਵਤਾਰ ਦਿਹਾੜਾ ਵੀ ਮਨਾ ਰਹੇ ਹੋ। ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਸ਼੍ਰੀ ਅੰਮ੍ਰਿਤਸਰ ਦੇ ਬਿਲਕੁਲ ਨੇੜੇ ਪਹੂਵਿੰਡ ਵਿਖੇ ਹੋਇਆ। ਪਿਤਾ ਭਗਤੂ ਜੀ, ਮਾਤਾ ਜੌਣੀ ਜੀ। 17-18 ਸਾਲ ਦੀ ਉਮਰ ਵਿੱਚ ਮਹਾਰਾਜ ਦੀ ਸ਼ਰਨ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਆਏ, ਅੰਮ੍ਰਿਤਪਾਨ ਕੀਤਾ,
ਦੀਪਾ ਤੋਂ ਦੀਪ ਸਿੰਘ ਸਜੇ। 1703 ਦੇ ਅੰਦਰ ਅਨੰਦਪੁਰ ਸਾਹਿਬ ਦੇ ਘੇਰਿਆਂ ਤੋਂ ਪਹਿਲੇ ਬਾਬਾ ਦੀਪ ਸਿੰਘ ਜੀ ਵਾਪਸ ਚਲੇ ਗਏ। ਅਤੇ ਜਦੋਂ ਮਹਾਰਾਜ ਨੇ 1706 ਦੇ ਅੰਦਰ ਦਮਦਮੀ ਬੀੜ ਤਿਆਰ ਕਰਨੀ ਸੀ, ਮਹਾਰਾਜ ਨੇ ਬਾਬਾ ਦੀਪ ਸਿੰਘ ਜੀ ਨੂੰ ਸੁਨੇਹਾ ਭੇਜ ਕੇ ਬੁਲਾ ਲਿਆ ਅਤੇ ਆਖਿਆ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਲਿਖਾਈ ਦਾ ਕਾਰਜ ਕਰਨਗੇ, ਤੁਸੀਂ ਦਵਾਤ, ਕਲਮ, ਸ਼ਾਈ ਇਤਿਆਦਿਕ ਦਾ ਪ੍ਰਬੰਧ ਕਰਨਾ ਹੈ। ਉਸ ਵੇਲੇ ਮਹਾਰਾਜ ਨੇ ਦਮਦਮੀ ਬੀੜ ਲਿਖਵਾਈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਲਿਖੀ, ਜਿਸ ਅੰਦਰ ਆਦ ਬੀੜ ਵਾਲੀ ਸਾਰੀ ਬਾਣੀ ਅਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਦਰਜ ਹੋਈ। ਜਦੋਂ ਦਮਦਮੀ ਬੀੜ ਤਿਆਰ ਹੋ ਗਈ ਨਾ, ਬਾਬਾ ਦੀਪ ਸਿੰਘ ਜੀ ਨੇ ਉਸ ਦਮਦਮੀ ਬੀੜ ਦੇ 4 ਉਤਾਰੇ ਕੀਤੇ ਗੁਰਮੁਖੀ ਦੇ ਵਿੱਚ। ਇੱਕ ਅਰਬੀ ਭਾਸ਼ਾ ਦੇ ਵਿੱਚ ਉਤਾਰਾ ਕੀਤਾ, ਅਰਬੀ ਭਾਸ਼ਾ ਵਿੱਚ। ਅਤੇ ਜਿਹੜੀ ਬੀੜ ਸ਼੍ਰੀ ਅਕਾਲ ਤਖਤ ਸਾਹਿਬ ਭੇਜੀ ਨਾ, ਉਹਦੀ ਸ਼ਾਈ ਬਣਾਉਣ ਦੇ ਵਿੱਚ 2 ਮਣ ਸੋਨੇ ਦੀ ਵਰਤੋਂ ਕੀਤੀ। ਮਤਲਬ ਉਹ ਸੁਨਹਿਰੀ ਅੱਖਰਾਂ ਵਿੱਚ ਲਿਖੀ ਗਈ। ਦੇਖੋ, ਅੱਜ ਅਸੀਂ ਗੱਲ ਕਰਦੇ ਹਾਂ ਕਿ 75 ਸਾਲ ਦੀ ਉਮਰ ਵਿੱਚ ਬਾਬਾ ਦੀਪ ਸਿੰਘ ਜੀ ਨੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਹੋਈ, 18 ਸ਼ੇਰ ਦਾ ਖੰਡਾ ਫੇਰਿਆ। ਉਹ ਤਾਕਤ, ਉਹ ਬਲ ਕਿੱਥੋਂ ਆਇਆ? ਇਹਨਾਂ ਹੱਥਾਂ ਦੇ ਰਾਹੀਂ ਬਾਣੀ ਲਿਖੀ ਸੀ। ਮਹਾਰਾਜ ਕਹਿੰਦੇ, ਧਨ ਸੋ ਕਾਗਤ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਯਾਦ ਰੱਖਣਾ, ਕੋਈ ਵੀ ਸ਼ਹਾਦਤ ਹੁੰਦੀ ਹੈ, ਸ਼ਹਾਦਤ ਉਹੀ ਦੇ ਸਕਦਾ ਹੈ ਜਿਹਨੇ ਕਦੀ ਜ਼ਿੰਦਗੀ ਵਿੱਚ ਇਬਾਦਤ ਕੀਤੀ ਹੋਵੇ। ਜਿੱਥੇ ਇਬਾਦਤ ਹੈ ਉੱਥੇ ਹੀ ਸ਼ਹਾਦਤ ਹੈ। ਜੇ ਬਾਬਾ ਦੀਪ ਸਿੰਘ ਦਾ ਸੀਸ ਉਤਰਿਆ, ਅਤੇ ਸੀਸ ਤਾਂ ਉਹਦਾ ਵੀ ਉਤਰਿਆ ਜਿਹਨੇ ਬਾਬਾ ਦੀਪ ਸਿੰਘ ਨਾਲ ਜੰਗ ਕੀਤੀ ਸੀ, ਪਰ ਕੋਈ ਜ਼ਿਕਰ ਨਹੀਂ ਕਰਦਾ, ਕੋਈ ਨਮਸਕਾਰ ਨਹੀਂ ਕਰਦਾ। ਪਰ ਜਿੱਥੇ ਬਾਬਾ ਦੀਪ ਸਿੰਘ ਦਾ ਸੀਸ ਟਿਕ ਗਿਆ, ਅੱਜ ਦੁਨੀਆ ਆ ਕੇ ਨਮਸਕਾਰਾਂ ਕਰਦੀ ਹੈ। ਦੇਖੋ, ਇੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਸੁਖਾਸਨ ਤੋਂ ਬਾਅਦ ਵੀ ਮੱਥਾ ਟੇਕਣ ਵਾਲਿਆਂ ਦੀ ਲਾਈਨ ਨਹੀਂ ਟੁੱਟਦੀ। ਅਤੇ ਦੂਜਾ ਸਥਾਨ ਹੈ ਬਾਬਾ ਦੀਪ ਸਿੰਘ ਜੀ ਦਾ, ਜਿੱਥੇ ਪਾਵਨ ਦੇਹ ਦਾ ਸੰਸਕਾਰ ਹੋਇਆ, ਗੁਰਦੁਆਰਾ ਸ਼ਹੀਦਾਂ। ਉੱਥੇ ਵੀ ਨਮਸਕਾਰ ਕਰਨ ਵਾਲਿਆਂ ਦੀ ਲਾਈਨ ਨਹੀਂ ਟੁੱਟਦੀ। ਇਬਾਦਤ ਸੀ ਤਾਂ ਇੰਨੀ ਵੱਡੀ ਸ਼ਹਾਦਤ ਦੇ ਕੇ। ਇਬਾਦਤ ਕਿੱਥੋਂ ਆਈ? ਇਹਨਾਂ ਹੱਥਾਂ ਦੇ ਨਾਲ 11 ਸਾਲ ਬਾਣੀ ਲਿਖੀ। ਤਾਂ ਮਹਾਰਾਜ ਨੇ ਦੂਜਾ ਕਾਰਜ ਕੀ ਕੀਤਾ? ਦਮਦਮੀ ਬੀੜ ਤਿਆਰ ਕਰਵਾਈ, ਉਹ ਵੀ ਸਾਬੋ ਕੀ ਤਲਵੰਡੀ। ਅਤੇ ਉਸੇ ਦਮਦਮੀ ਬੀੜ ਨੂੰ ਅੱਗੇ ਜਾ ਕੇ ਨੰਦੇੜ ਸਾਹਿਬ ਦੀ ਪਾਵਨ ਧਰਤੀ 'ਤੇ ਗੁਰਿਆਈ ਦਿੱਤੀ। ਅਤੇ ਗਿਆਨੀ ਗਿਆਨ ਸਿੰਘ ਦੇ ਬਚਨ ਅਸੀਂ ਪੜ੍ਹਦੇ ਹਾਂ, ਆਗਿਆ ਪਈ ਅਕਾਲ ਕੀ ਤਬੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। 2 ਚੀਜ਼ਾਂ ਨੇ, ਇੱਕ ਹੁਕਮ, ਇੱਕ ਉਪਦੇਸ਼। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਉਪਦੇਸ਼ ਹੈ ਨਾ, ਉਹ ਸਾਰਿਆਂ ਲਈ ਸਾਂਝਾ ਹੈ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ ਚਹੁ ਵਰਨਾ ਕੋ ਸਾਂਝਾ। ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਤਾਂ ਸਾਰਿਆਂ ਲਈ ਸਾਂਝਾ ਹੈ। ਉਹ ਗੱਲ ਅੱਜ ਵੱਖਰੀ ਹੋਈ ਪਈ ਹੈ ਕਿ ਜਿਹੜੇ ਸਿੱਖ ਨੇ ਨਾ, ਉਹਨਾਂ ਨੂੰ ਅਹੰਕਾਰ ਮਾਰ ਗਿਆ। ਕਿਸ ਗੱਲ ਦਾ ਅਹੰਕਾਰ? ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਸਾਡਾ ਹੈ। ਅਤੇ ਜਿਹੜੇ ਦੂਜੇ ਮੇਰੇ ਸਹਿਧਾਰੀ ਵੀਰ ਨੇ, ਉਹਨਾਂ ਨੂੰ ਅਗਿਆਨਤਾ ਮਾਰ ਗਈ, ਕਹਿੰਦੇ ਗੁਰੂ ਗ੍ਰੰਥ ਸਾਹਿਬ ਤੁਹਾਡਾ। ਸਿੱਖਾਂ ਨੂੰ ਅਹੰਕਾਰ ਮਾਰ ਗਿਆ ਵੀ ਗੁਰੂ ਗ੍ਰੰਥ ਸਾਹਿਬ ਸਾਡਾ। ਦੂਜਿਆਂ ਨੂੰ ਅਗਿਆਨਤਾ ਮਾਰ ਗਈ, ਕਹਿੰਦੇ ਗੁਰੂ ਗ੍ਰੰਥ ਸਾਹਿਬ ਤੁਹਾਡਾ। ਉਹ ਨਾ ਸਾਡਾ ਨਾ ਤੁਹਾਡਾ, ਬਾਪੂ ਸਾਰਿਆਂ ਦਾ ਸਾਂਝਾ ਹੈ। ਦੇਖੋ, ਅਰਦਾਸ ਕਿੰਨੀ ਲੰਬੀ ਹੋ ਜਾਏ, ਸਮਾਪਤੀ ਉਦੋਂ ਹੀ ਹੋਣੀ ਜਦੋਂ ਭਾਈ ਸਾਹਿਬ ਨੇ ਕਹਿਣਾ, ਨਾਨਕ ਨਾਮ ਤੇਰੇ ਭਾਣੇ। ਸਿੱਖਾਂ ਦਾ ਭਲਾ ਤਾਂ ਨਹੀਂ ਮੰਗਿਆ, ਸਿੱਖਾਂ ਦਾ ਭਲਾ ਨਹੀਂ ਮੰਗਿਆ, ਸਰਬੱਤ ਦਾ ਭਲਾ ਮੰਗਿਆ। ਅਤੇ ਇੱਕ ਵਾਰ ਨਹੀਂ, ਅਰਦਾਸ ਵਿੱਚ 2 ਵਾਰ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ।
ਪ੍ਰਥਮੇ ਸਰਬੱਤਰ ਖਾਲਸਾ ਜੀ ਕੀ ਅਰਦਾਸ ਹੈ। ਅਰਦਾਸ ਖਾਲਸਾ ਜੀ ਦੀ ਹੋ ਰਹੀ ਹੈ। ਪ੍ਰਥਮੇ ਸਰਬੱਤਰ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੈ। ਪਰ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਏ। ਖਾਲੀ ਸਿੱਖਾਂ ਦਾ ਸੁੱਖ ਨਹੀਂ ਮੰਗਿਆ, ਸਾਰਿਆਂ ਦਾ ਸੁੱਖ ਮੰਗਿਆ। ਗੁਰੂ ਅਮਰਦਾਸ ਮਹਾਰਾਜ ਨੇ ਤਾਂ ਪੂਰੇ ਯੂਨੀਵਰਸ ਦੀ ਅਰਦਾਸ ਕੀਤੀ ਤੇ ਕੀ ਕਿਹਾ? ਜਗਤ ਜਲੰਦਾ ਰੱਖ ਲੈ। ਨਹੀਂ ਕਿਹਾ ਵੀ ਸਿੱਖਾਂ ਨੂੰ ਰੱਖ ਲੈ। ਮਹਾਰਾਜ ਕਹਿੰਦੇ ਸਾਰਾ ਜਗਤ ਜਲਦਾ ਪਿਆ, ਰੱਖ ਲੈ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰਾ ਉਬਰੈ। ਦੁਆਰਾ ਕੀ ਹੈ? ਰਸਤਾ। ਕੋਈ ਰਾਮ ਕਹਿ ਰਿਹਾ, ਕੋਈ ਰਹੀਮ ਕਹਿ ਰਿਹਾ, ਕੋਈ ਅੱਲਾ ਕਹਿ ਰਿਹਾ, ਕੋਈ ਕਰੀਮ ਕਹਿ ਰਿਹਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ। ਮਹਾਰਾਜ ਜਿਤ ਦੁਆਰਾ ਉਬਰੈ ਤਿੱਤੈ ਲਿਹੋ ਉਬਾਰ। ਪੰਚਮ ਪਾਤਸ਼ਾਹ ਨੇ ਕਿਹਾ ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਚਲੋ ਤੁਸੀਂ ਹੁਣੇ ਸੋਦਰ ਦਾ ਪਾਠ ਕਰਕੇ ਆਇਓ। ਭਈ ਪ੍ਰਾਪਤ ਮਾਨੁਖ ਦੇਹੁਰੀਆ। ਜਿਸ ਸਿੱਖਾਂ ਨੂੰ ਉਪਦੇਸ਼ ਹੁੰਦਾ, ਮਹਾਰਾਜ ਕਹਿੰਦੇ ਭਈ ਪ੍ਰਾਪਤ ਸਿੱਖ ਦੇਹੁਰੀਆ, ਜੈਨੀ ਦੇਹੁਰੀਆ, ਹਿੰਦੂ ਦੇਹੁਰੀਆ, ਬੋਧੀ ਦੇਹੁਰੀਆ, ਯਹੂਦੀ ਦੇਹੁਰੀਆ, ਮਾਨੁਖ ਦੇਹੁਰੀਆ। ਉਪਦੇਸ਼ ਮਨੁੱਖਤਾ ਦੇ ਲਈ ਹੈ। ਜੇ ਖਾਲੀ ਸਿੱਖਾਂ ਦੀ ਗੱਲ ਹੁੰਦੀ, ਮਹਾਰਾਜ ਸਿੱਖਾਂ ਨੇ ਨਾਮ ਧਿਆਇਆ ਗਏ ਮੁਸ਼ੱਕਤ ਕਾਲ। ਨਹੀਂ, ਜਿੰਨੀ ਨਾਮ ਜਿੰਨੀ ਵਿੱਚ ਕੋਈ ਵੀ ਆ ਗਿਆ। ਇਹ ਤਾਂ ਅਸੀਂ ਆਪਣੀ ਸੋਚ ਬੜੀ ਛੋਟੀ ਕਰ ਲਈ। ਸਿੱਖਾਂ ਨੂੰ ਅਹੰਕਾਰ ਮਾਰ ਗਿਆ ਵੀ ਗੁਰੂ ਗ੍ਰੰਥ ਸਾਹਿਬ ਸਾਡਾ ਹੈ, ਦੂਜਿਆਂ ਨੂੰ ਅਗਿਆਨਤਾ ਮਾਰ ਗਈ ਗੁਰੂ ਗ੍ਰੰਥ ਸਾਹਿਬ ਤੁਹਾਡਾ ਹੈ। ਇਹ ਸਭ ਦਾ ਸਾਂਝਾ ਹੈ। ਇਹਦਾ ਉਪਦੇਸ਼ ਸਾਰਿਆਂ ਲਈ ਹੈ। ਉਪਦੇਸ਼ ਸਾਰਿਆਂ ਲਈ, ਖੱਤਰੀ ਬ੍ਰਾਹਮਣ ਸ਼ੂਦ ਵੈਸ਼, ਉਪਦੇਸ਼ ਚਹੁ ਵਰਨਾ ਕੋ ਸਾਂਝਾ। ਪਰ ਗੁਰੂ ਮੰਨਣ ਦਾ ਹੁਕਮ ਸਿੱਖਾਂ ਨੂੰ ਹੈ। ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇਹਨੂੰ ਪ੍ਰਗਟ ਗੁਰਾਂ ਦੀ ਦੇ ਜਾਣਨਾ। ਮੈਂ ਅੱਜ ਤੁਹਾਨੂੰ ਗੁਰੂ ਦੀ ਗੋਦ 'ਚ ਇੱਕ ਗੱਲ ਕਹਿ ਰਿਹਾ, ਅਹੰਕਾਰ ਕਰਕੇ ਨਹੀਂ, ਗੁਰੂ ਦੇ ਭੈ ਵਿੱਚ ਕਹਿ ਰਿਹਾ ਕਿ ਪ੍ਰਗਟ ਗੁਰਾਂ ਦੀ ਦੇਹ ਕਿਸ ਤਰ੍ਹਾਂ ਹੈ। ਤੁਸੀਂ ਸ਼ਰਧਾ ਨਾਲ, ਭਾਵਨਾ ਦੇ ਨਾਲ ਬਾਣੀ ਪੜ੍ਹ ਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰ ਲਓ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨ ਤੋਂ ਬਾਅਦ ਉਸ ਕੜਾਹ ਪ੍ਰਸ਼ਾਦ ਦੀ ਦੇਗ ਦਾ ਭੋਗ ਲਾ ਲੈਣਾ। ਮੈਂ ਗੁਰੂ ਦੇ ਭੈ ਵਿੱਚ ਕਹਿ ਰਿਹਾ ਗੱਲ। ਉਸ ਕੜਾਹ ਪ੍ਰਸ਼ਾਦ ਦੀ ਦੇਗ ਦਾ ਨਾ ਵਜਨ ਕਰ ਲੈਣਾ ਤੇ ਮਹਾਰਾਜ ਦੀ ਗੋਦ ਵਿੱਚ ਲਿਆ ਕੇ ਭਾਵਨਾ ਦੇ ਨਾਲ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੋ। ਹੁਕਮਨਾਮਾ ਸਾਹਿਬ ਤੋਂ ਬਾਅਦ ਕਿਰਪਾਨ ਭੇਟ ਕਰ ਲੈਣਾ। ਵੰਡਣ ਤੋਂ ਪਹਿਲੇ ਇੱਕ ਵਾਰ ਵਜਨ ਕਰ ਲੈਣਾ। ਦੇਗ ਦਾ ਵਜਨ ਘਟੇਗਾ। ਮਹਾਰਾਜ ਪ੍ਰਤੱਖ ਹੋ ਕੇ ਭੋਗ ਲਾਉਂਦੇ। ਗੱਲ ਭਾਵਨਾ ਦੀ ਹੈ। ਮੈਂ ਬੇਨਤੀ ਕਰ ਦਿਆਂ, ਪ੍ਰਗਟ ਗੁਰਾਂ ਦੀ ਦੇਹ ਹੈ। ਹਾਜ਼ਰ ਨਾਜ਼ਰ ਜਾਣ ਕੇ ਕਦੀ ਅਰਦਾਸ ਤਾਂ ਕਰੋ। ਅਰਦਾਸ ਕਰੋ, ਗੁਰੂ ਸਾਹਿਬ ਉਸੇ ਵੇਲੇ ਹੁਕਮ ਦੇ ਵਿੱਚ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਦੇ ਦੇਣਗੇ। ਚਲੋ ਮੈਂ ਇੱਕ ਬੇਨਤੀ ਕਰਦੇ ਹਾਂ। 21 ਫਰਵਰੀ ਆਉਂਦੀ ਪਈ ਹੈ। 21 ਫਰਵਰੀ 1921 ਨੂੰ ਕੀ ਹੋਇਆ, ਕਿਸੇ ਨੂੰ ਪਤਾ? ਬਹੁਤ ਵਧੀਆ, ਸਾਕਾ ਨਨਕਾਣਾ ਸਾਹਿਬ 100 ਸਾਲ ਪੂਰੇ ਹੋ ਗਏ ਸਨ ਪਿਛਲੇ ਸਾਲ। ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬ ਨੇ ਹੁਕਮਨਾਮਾ ਵੀ ਭੇਜਿਆ ਸੀ ਕਿ ਹਰ ਗੁਰੂ ਘਰ ਵਿੱਚ ਇਹ ਦਿਹਾੜਾ ਮਨਾਉਣਾ ਚਾਹੀਦਾ, ਹੋਰ ਬਕਾਇਦਾ ਇਤਿਹਾਸ ਦੀ ਕਥਾ ਹੋਵੇ। ਸਾਕਾ ਨਨਕਾਣਾ ਸਾਹਿਬ ਦੇ ਵਿੱਚ ਲਛਮਣ ਸਿੰਘ ਧਾਰੋਵਾਲੀ ਨੂੰ ਜੰਡ ਨਾਲ ਬੰਨ੍ਹ ਕੇ ਸ਼ਹੀਦ ਕੀਤਾ। ਪਤਾ ਨਹੀਂ ਤੁਹਾਨੂੰ ਪਤਾ ਕਿ ਨਹੀਂ ਪਤਾ, ਕਿਉਂਕਿ ਸਾਡੀ ਇੱਕ ਤਰਾਸਦੀ ਹੈ। ਸਾਨੂੰ ਮਿਰਜ਼ੇ ਦੀ ਜੰਡ ਬਾਰੇ ਪਤਾ ਹੈ, ਪਰ ਉਸ ਜੰਡ ਬਾਰੇ ਨਹੀਂ ਪਤਾ। ਸਾਨੂੰ ਚਾਈਨਾ ਦੀ ਦੀਵਾਰ ਬਾਰੇ ਪਤਾ ਹੈ, ਪਰ ਸਾਡੇ ਬੱਚੇ ਅੱਜ ਸਰਹੰਦ ਦੀ ਦੀਵਾਰ ਭੁੱਲ ਗਏ ਨੇ। ਤੇ ਮਾਵਾਂ ਦੀ ਡਿਊਟੀ ਬਣਦੀ ਹੈ, ਕਿਉਂਕਿ ਯਾਦ ਰੱਖਣਾ ਮਹਾਰਾਜ ਨੇ ਜਦੋਂ ਅਸੀਸ ਦਵਾਈ ਹੈ ਨਾ, ਮਾਂ ਕੋਲੋਂ ਦਵਾਈ ਹੈ, ਪੁੱਤਾ ਮਾਤਾ ਕੀ ਅਸੀਸ। ਜੇ ਮਹਾਰਾਜ ਨੇ ਧਨ ਕਿਹਾ ਤੇ ਮਾਂ ਨੂੰ ਕਿਹਾ, ਤੈਨੂੰ ਧਨ ਜਨੇਂਦੀ ਮਾਓ ਆਏ ਸਫਲ ਸੇ।
ਤੇ ਜਦੋਂ ਮਹਾਰਾਜ ਨੇ ਤਾੜਨਾ ਕੀਤੀ ਨਾ, ਉਦੋਂ ਵੀ ਮਾਂ ਨੂੰ ਹੀ ਕੀਤੀ ਵੀ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਚੈ ਹਰ ਬਾਂਝਾ। ਥੋੜ੍ਹੇ ਦਿਨ ਪਹਿਲੇ ਦਾਸ ਬੇਨਤੀ ਕਰ ਰਿਹਾ ਸੀ, ਕਿਸੇ ਨਾ ਉਰਦੂ ਦੇ ਅਦੀਬ ਨੇ ਬੜਾ ਪਿਆਰਾ ਬਚਨ ਲਿਖਿਆ, ਕਹਿੰਦਾ ਅੱਜ ਜਿਹੜਾ ਬੱਚਾ ਜੰਮ ਰਿਹਾ ਨਾ, ਤੇ ਅੱਜ ਦੇ ਬੱਚਿਆਂ ਵਿੱਚੋਂ ਵੱਡਿਆਂ ਦੇ ਮਾਂ ਪਿਓ ਦੇ ਕਿਰਦਾਰ ਦੀ ਗੱਲ ਕਿਉਂ ਨਹੀਂ ਦਿਸਦੀ ਪਈ। ਤੇ ਉਹਨੇ ਜਵਾਬ ਬੜਾ ਕਮਾਲ ਦਾ ਦਿੱਤਾ, ਕਹਿੰਦਾ ਤਿਫਲ ਫਾਰਸੀ ਵਿੱਚ ਬੱਚੇ ਨੂੰ ਕਹਿੰਦੇ ਨੇ, ਤਿਫਲ ਸੇ ਕਹਾਂ ਬੂ ਆਏ ਮਾਂ ਬਾਪ ਕੇ ਕਿਰਦਾਰ ਕੀ। ਅੱਜ ਦੇ ਬੱਚੇ ਵਿੱਚੋਂ ਮਾਂ ਪਿਓ ਦੇ ਕਿਰਦਾਰ ਦੀ ਖੁਸ਼ਬੂ ਕਿਉਂ ਨਹੀਂ ਆਉਂਦੀ ਪਈ। ਤੇ ਜਵਾਬ ਪਤਾ ਕੀ ਦਿੱਤਾ, ਕਹਿੰਦਾ दूध है डिब्बे का तालीम है सरकार की। ਅੱਜ ਮਾਂ ਆਪਣਾ ਦੁੱਧ ਪਿਲਾ ਕੇ ਰਾਜੀ ਨਹੀਂ, ਸੰਸਕਾਰ ਦੇਣੇ ਤਾਂ ਬਾਅਦ ਦੀ ਗੱਲ, ਦੁੱਧ ਰਾਹੀਂ ਵੀ ਸੰਸਕਾਰ ਮਿਲਣੇ ਸਨ। दूध है डिब्बे का तालीम है सरकार की। ਅੱਜ ਅਸੀਂ ਬੱਚਿਆਂ ਨੂੰ ਮਹਿੰਗੇ ਤੋਂ ਮਹਿੰਗੇ ਸਕੂਲ ਵਿੱਚ ਪੜ੍ਹਾਉਂਦੇ ਆ, ਪੜ੍ਹਾਓ, ਪਰ ਧਿਆਨ ਰੱਖੋ ਵੀ ਉੱਥੇ ਗੁਰਮਤ ਦਾ ਮਾਹੌਲ ਹੈ ਕਿ ਦੂਜਾ ਮਾਹੌਲ ਹੈ। ਸਰਕਾਰੀ ਸਕੂਲਾਂ ਵਿੱਚ ਤਾਂ ਤੁਹਾਨੂੰ ਪਤਾ ਵੀ ਕਿਹੜਾ ਮਾਹੌਲ ਚੱਲਦਾ ਪਿਆ। दूध है डिब्बे का तालीम है सरकार की। ਮੈਂ ਹੁਣ ਜਿਹੜੀ ਬੇਨਤੀ ਕਰਨ ਲੱਗਾ, ਲਛਮਣ ਸਿੰਘ ਧਾਰੋਵਾਲੀ ਜਿਹਨੇ ਇਸ ਸਾਕਾ ਨਨਕਾਣਾ ਸਾਹਿਬ ਦੇ ਅੰਦਰ ਸ਼ਹਾਦਤ ਪਾਈ ਨਾ, ਜਦੋਂ ਕਹਿੰਦੇ ਜੱਥਾ ਲੈ ਕੇ ਤੁਰਨਾ ਸੀ ਨਾ, ਇੱਕ ਦਿਨ ਪਹਿਲੇ ਜਦੋਂ ਸ਼ਾਮ ਪਈ, ਲਛਮਣ ਸਿੰਘ ਧਾਰੋਵਾਲੀ ਨੇ ਸੋਦਰ ਦਾ ਪਾਠ ਕੀਤਾ, ਅਰਦਾਸ ਕਰਨ ਲੱਗਾ ਤੇ ਨਾਲ ਹੀ ਕਿਹਾ, ਮਹਾਰਾਜ ਕੱਲ੍ਹ ਨਾ ਅਸੀਂ ਜੱਥਾ ਲੈ ਕੇ ਤੁਹਾਡਾ ਨਨਕਾਣਾ ਸਾਹਿਬ ਮਹੰਤਾਂ ਕੋਲ ਛੁਡਾਉਣਾ ਹੈ, ਤੇ ਆਪ ਜੀ ਹੁਕਮ ਬਖਸ਼ੋ, ਪ੍ਰਗਟ ਗੁਰਾਂ ਕੀ ਦੇ। ਤੇ ਮਹਾਰਾਜ ਦਾ ਪਤਾ ਕੀ ਹੁਕਮ ਆਇਆ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਹਾ, ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ। ਤੇ ਨਾਲ ਹੀ ਮਹਾਰਾਜ ਨੇ ਕਿਹਾ ਵੀ ਚੱਲਣਾ ਕੱਲ, ਫਿਰ ਸੁਣ ਲੈ ਤਨ ਮਨ ਕਾਟ, ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਜਿਹੜੇ 100 ਸਾਲ ਹੋਏ ਨੇ ਇਸ ਇਤਿਹਾਸ ਨੂੰ, ਹੋਰ ਨੇੜੇ ਆ ਜਾਓ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪ੍ਰਗਟ ਗੁਰਾਂ ਕੀ ਦੇ 1984 ਹੋਈ ਆਪਰੇਸ਼ਨ ਬਲੂ ਸਟਾਰ। ਕਿਤਨੇ ਦਿਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਨਹੀਂ ਹੋਇਆ। ਤੇ ਕਹਿੰਦੇ ਜਦੋਂ ਸਰੋਵਰ ਦੀ ਸੇਵਾ ਕਰਕੇ ਅੰਦਰ ਇਸ਼ਨਾਨ ਪਾਨ ਕਰਾ ਕੇ ਬੜੇ ਦਿਨਾਂ ਬਾਅਦ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕਰਨ ਲੱਗੇ ਨਾ, ਬੜੀ ਸੰਗਤ ਇਕੱਤਰ ਹੋਈ। ਸਭ ਨੇ ਅਰਦਾਸ ਕੀਤੀ ਕਿ ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਇਸ ਦਰ 'ਤੇ ਜੋ ਭਾਣਾ ਵਰਤਿਆ, ਇਸ ਬਾਰੇ ਅੱਜ ਤੁਹਾਡਾ ਕੀ ਹੁਕਮ ਹੈ। ਤੇ ਪਤਾ ਕੀ ਹੁਕਮ ਆਇਆ ਸੀ ਉਸ ਦਿਨ, ਕਿਸ ਹੋਂ ਜਾਚੀ ਕਿਸ ਆਰਾਦੀ, ਜਾਂ ਸਭ ਕੁਛ ਕੀਤਾ ਹੋਸੀ, ਜੋ ਜੋ ਦਿਸੈ ਵੱਡਾ ਵਡੇਰੂ, ਸੋ ਸੋ ਖਾਕੂ ਰਲਸੀ। ਮਹਾਰਾਜ ਨੇ ਉਸੇ ਦਿਨ ਕਹਿ ਦਿੱਤਾ ਸੀ ਕਿ ਜਿਹੜਾ ਗੁਰੂ ਨਾਨਕ ਦੇ ਘਰ ਵੱਡਾ ਬਣ ਕੇ ਆਇਆ, ਜਿਹਨੇ ਗੁਰੂ ਨਾਨਕ ਦੇ ਘਰ ਨੂੰ ਮੱਥਾ ਲਾਇਆ, ਉਹਨੇ ਖਾਕ ਹੋ ਜਾਣਾ ਹੈ। ਤੇ ਬਹੁਤਾ ਸਮਾਂ ਨਹੀਂ ਪਿਆ। 31 ਅਕਤੂਬਰ 1984 ਇਸੇ ਦਿੱਲੀ ਦੀ ਧਰਤੀ 'ਤੇ ਜਦੋਂ ਸਿੱਖ ਕੌਮ ਦੇ ਯੋਧਿਆਂ ਨੇ ਭਾਣਾ ਵਰਤਾਇਆ, ਤੇ 1 ਨਵੰਬਰ 1984 ਅਗਲੇ ਦਿਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਉਸੇ ਵੇਲੇ ਕਹਿ ਦਿੱਤਾ ਕਿ ਭਗਤਾਂ ਦੀ, ਗੁਰੂ ਰਾਮਦਾਸ ਸੱਚੇ ਬੋਲਤਾ ਗੁਰੂ ਅਮਰਦਾਸ ਜੀ ਨੇ, ਪਰ ਗੁਰੂ ਰਾਮਦਾਸ ਜੀ ਦੇ ਘਰ ਉਸੇ ਦਿਨ ਆਵਾਜ਼ ਆ ਗਈ ਕਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰ ਨਾਕਸ਼ ਮਾਰ ਪਚਾਇਆ। ਕੌਣ ਕਹਿੰਦਾ ਗੁਰੂ ਗ੍ਰੰਥ ਸਾਹਿਬ ਬੋਲਦੇ ਨਹੀਂ? ਇਹ ਤਾਂ ਪ੍ਰਗਟ ਗੁਰਾਂ ਕੀ ਦੇ ਆ। ਤੂੰ ਅਰਦਾਸ ਤਾਂ ਕਰਕੇ ਵੇਖ, ਕਦੀ ਹੁਕਮ ਲੈ ਕੇ ਤਾਂ ਵੇਖ ਤਾਬਿਆਂ ਬਹਿ ਕੇ। ਤਾਂ ਖੈਰ ਮੈਂ ਸਮਾਂ ਨੇੜੇ ਹੋ ਰਿਹਾ, ਗੁਰੂ ਗ੍ਰੰਥ ਗੁਰੂ ਪੰਥ ਵਾਲੀ ਗੱਲ ਕਰ ਲਈ। ਆਓ 2 ਚੀਜ਼ਾਂ ਰਹਿ ਗਈਆਂ ਨੇ ਕਹਿ ਕੇ ਸਮਾਪਤੀ ਕਰੀਏ, ਗੁਰੂ ਸਿੱਖ ਤੇ ਗੁਰੂ ਪੁੱਤਰ। ਹੁਣ ਭਾਈ ਡੱਲਾ ਸੇਵਾ ਬੜੀ ਕਰਦਾ, ਪਰ ਨਾ ਕਈ ਵਾਰ ਅੰਦਰ ਹਉਮੈ ਆ ਜਾਂਦੀ ਹੈ। ਮੈਂ ਕਈ ਵਾਰ ਇੱਕ ਬੇਨਤੀ ਕਰਿਆ ਕਰਦਾ ਕਿ ਜਦੋਂ ਵੀ ਅਸੀਂ ਵਿਕਾਰਾਂ ਦੀ ਗੱਲ ਕਰਦੇ ਹਾਂ ਨਾ, ਤੇ ਪਹਿਲੇ ਨੰਬਰ 'ਤੇ ਕਿਸ ਵਿਕਾਰ ਦਾ ਜ਼ਿਕਰ ਹੁੰਦਾ? ਕਾਮ ਦਾ, ਦੂਜੇ 'ਤੇ ਕ੍ਰੋਧ ਦਾ, ਤੀਜੇ 'ਤੇ, ਚੌਥੇ 'ਤੇ ਪੰਜਵੇਂ 'ਤੇ। ਕਦੀ ਸੋਚਿਆ ਅਹੰਕਾਰ ਨੂੰ ਮਹਾਰਾਜ ਨੇ ਪਿੱਛੇ ਕਿਉਂ ਰੱਖਿਆ?
ਅਖੀਰ ਵਿੱਚ ਕਿਉਂ ਲੈ ਗਏ? ਅਸੀਂ ਸੁਖਮਨੀ ਸਾਹਿਬ ਕਰਦੇ, ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਏ ਅਹੰਗਮੇਵ। ਸੋਚਿਆ ਕਦੀ? ਬੜੀ ਡੂੰਘੀ ਗੱਲ ਹੈ। ਯਾਦ ਰੱਖਣਾ, ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੱਥੇ ਵੀ ਕਾਮ ਦੀ ਗੱਲ ਆਈ ਹੈ, ਨਾਲ ਮਹਾਰਾਜ ਨਾ ਇੱਕ ਵਿਸ਼ੇਸ਼ਣ ਵਰਤਣ ਗਏ, ਨਿਮਕ ਕਾਮ ਕਾਰਨ। ਨਿਮਕ ਉਹ ਸਮਾਂ ਜਿੰਨੀ ਦੇਰ ਵਿੱਚ ਅੱਖ ਨੂੰ ਬੰਦ ਕਰਕੇ ਖੋਲ੍ਹਦੇ ਹਾਂ। ਮਹਾਰਾਜ ਕਹਿੰਦੇ ਬਸ ਕਾਮ ਦਾ ਪੀਰੀਅਡ ਨਿਮਕ ਮਾਤਰ ਹੀ ਹੁੰਦਾ ਹੈ। ਫਿਰ ਕਾਮ ਨਾਲੋਂ ਵੱਧ ਪੀਰੀਅਡ ਹੈ ਕ੍ਰੋਧ ਦਾ। ਬੰਦੇ ਨੂੰ ਸਵੇਰੇ ਗੁੱਸਾ ਚੜ੍ਹਦਾ ਹੈ, ਕਈ ਕਈ ਦਿਨ, ਕਈ ਕਈ ਮਹੀਨੇ ਰਹਿੰਦਾ ਹੈ। ਸਵੇਰੇ ਪਿਓ ਪੁੱਤਰ 'ਤੇ ਗੁੱਸਾ ਕਰਦਾ ਹੈ, ਪੁੱਤਰ ਪਿਓ 'ਤੇ ਗੁੱਸਾ ਕਰਦਾ ਹੈ, ਪਰ ਉਹੀ ਪੁੱਤਰ ਜਦੋਂ ਸ਼ਾਮੀ ਆ ਕੇ ਕਹਿੰਦਾ ਡੈਡੀ ਮੱਥਾ ਟੇਕਦੇ ਹਾਂ, ਗੁੱਸਾ ਚਲਾ ਜਾਂਦਾ ਹੈ। ਕਾਮ ਨਾਲੋਂ ਵੱਧ ਪੀਰੀਅਡ ਹੈ ਕ੍ਰੋਧ ਦਾ, ਅਤੇ ਕ੍ਰੋਧ ਨਾਲੋਂ ਵੱਧ ਪੀਰੀਅਡ ਹੈ ਲੋਭ ਦਾ। ਬੰਦੇ ਅੰਦਰ ਲੋਭ ਰਹਿੰਦਾ ਹੈ, ਪਰ ਮਹਾਰਾਜ ਜਦੋਂ ਤਰਸ ਕਰਕੇ ਸੰਤੋਖ ਦੀ ਬਖਸ਼ਿਸ਼ ਕਰਦੇ ਨੇ ਨਾ, ਲੋਭ ਵੀ ਚਲਾ ਜਾਂਦਾ ਹੈ। ਕਾਮ ਕ੍ਰੋਧ ਲੋਭ ਨਾਲੋਂ ਵੱਧ ਪੀਰੀਅਡ ਕਿੰਦਾ? ਮੋਹ ਦਾ। ਕਈ ਵਾਰ ਸਾਰੀ ਜ਼ਿੰਦਗੀ ਬੰਦਾ ਮੋਹ ਵੀ ਜਿੰਦਾ ਹੈ, ਪਰ ਇੱਕ ਸਮਾਂ ਆਉਂਦਾ ਹੈ ਜਦੋਂ ਮੋਹ ਦੀਆਂ ਵੀ ਤੰਦਾਂ ਟੁੱਟਦੀਆਂ ਨੇ। ਮੈਂ ਉਹ ਲੋਕ ਦੇਖੇ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਬੱਚਿਆਂ ਦਾ ਮੋਹ ਕੀਤਾ, ਪਰ ਅਖੀਰ ਸਮਾਂ ਆਇਆ ਬੱਚਿਆਂ ਨੇ ਸਾਰ ਨਾ ਕੀਤੀ। ਉਹਨਾਂ ਮਾਂ ਪਿਓ ਨੂੰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮੋਹ ਕੀਤਾ, ਪਰਵਰਿਸ਼ ਕੀਤੀ, ਅਤੇ ਉਹੀ ਬੱਚੇ ਜਦੋਂ ਮਾਂ ਪਿਓ ਨੂੰ ਬਿਰਧ ਆਸ਼ਰਮ ਛੱਡ ਆਉਂਦੇ ਨੇ। ਅਤੇ ਗੁਰੂ ਪਿਆਰੀ ਸਾਧ ਸੰਗਤ, ਮੈਂ ਇੱਕ ਬੇਨਤੀ ਕਰਦਿਆਂ ਗੁਰੂ ਦੀ ਗੋਦ ਵਿੱਚ ਯਾਦ ਰੱਖਣਾ, 4 ਕਰਜ਼ੇ ਨੇ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲਬਿਕ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਰਿਨ ਕਰਜ਼ੇ ਨੂੰ ਕਹਿੰਦੇ ਨੇ। ਪਹਿਲਾ ਕਰਜ਼ਾ ਅਕਾਲ ਪੁਰਖ ਦਾ, ਜਿਹਨੇ ਸਾਨੂੰ ਸੰਸਾਰ 'ਤੇ ਭੇਜਿਆ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਤ। ਇਹ ਰੱਬ ਦਾ ਕਰਜ਼ਾ ਹੈ। ਇੱਕ ਗੁਰੂ ਦਾ ਕਰਜ਼ਾ ਮੈਂ ਅੱਗੇ ਜਾ ਕੇ ਤੁਹਾਡੇ ਸਮਕਸ਼ ਰੱਖਾਂਗਾ। ਇੱਕ ਦੇਵਤਿਆਂ ਦਾ ਕਰਜ਼ਾ ਹੈ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ। ਅਤੇ ਕਰਜ਼ਾ ਹੈ ਮਾਂ ਪਿਓ ਦਾ। ਤੁਸੀਂ ਅੱਜ ਇੱਕ ਐਕਸਪੈਰੀਮੈਂਟ ਕਰਕੇ ਵੇਖ ਲੈਣਾ। ਠੰਡ ਦਾ ਜੇ ਸਮਾਂ ਚੱਲਦਾ ਪਿਆ, ਰਾਤੀ ਸੌਣ ਤੋਂ ਪਹਿਲੇ ਨਾ ਇੱਕ ਜੱਗ ਜਾਂ ਇੱਕ ਗਲਾਸ ਪਾਣੀ ਦਾ ਭਰ ਕੇ ਆਪਣੇ ਬੈੱਡ ਦੇ ਉੱਤੇ ਡੋਲ ਦੇਣਾ। ਅਤੇ ਮੈਨੂੰ ਦੱਸੋ, ਡੁੱਲੇ ਪਾਣੀ ਅਤੇ ਗਿੱਲੀ ਚਾਦਰ 'ਤੇ ਅਸੀਂ ਸੋ ਸਕਦੇ ਹਾਂ? ਤੁਸੀਂ ਕਹੋਗੇ ਨਹੀਂ, ਠੰਡ ਲੱਗਦੀ ਹੈ। ਪਰ ਸੋਚੋ, ਜਦੋਂ ਅਸੀਂ ਛੋਟੇ ਹੁੰਦੇ ਸੀ, ਚਾਦਰ ਗਿੱਲੀ ਕਰ ਦਿੰਦੇ ਸੀ, ਸਾਡੀ ਮਾਂ ਸਾਨੂੰ ਚੁੱਕ ਕੇ ਸੁੱਕੇ ਪਾਸੇ ਪਾ ਕੇ ਆਪ ਗਿੱਲੇ 'ਤੇ ਸੌਂਦੀ ਸੀ। ਕਿੰਨਾ ਕੁ ਵੱਡਾ ਕਰਜ਼ਾ ਹੈ ਮਾਂ ਪਿਓ ਦਾ। ਅਤੇ ਸਾਡੇ 'ਤੇ ਇੱਕ ਲਾਨਤ ਹੈ ਜਿਹੜੇ ਅੱਜ ਬਿਰਧ ਆਸ਼ਰਮ ਖੁੱਲ੍ਹ ਗਏ ਨੇ। ਅਤੇ ਮੈਂ ਗੁਰੂ ਦੀ ਗੋਦ ਵਿੱਚ ਬੇਨਤੀ ਕਰ ਰਿਹਾ, ਭਾਵੇਂ ਜਿੰਨਾ ਮਰਜ਼ੀ ਜਪ ਕਰ ਲਓ, ਤਪ ਕਰ ਲਓ, ਦਾਨ ਕਰ ਲਓ, ਪੂਜਾ ਕਰ ਲਓ, ਸੇਵਾ ਕਰ ਲਓ, ਪਰ ਜੇ ਤੁਸੀਂ ਮਾਂ ਪਿਓ ਦੀ ਸੇਵਾ ਨਾ ਕੀਤੀ, ਮਾਂ ਪਿਓ ਨੂੰ ਬਿਰਧ ਆਸ਼ਰਮ ਛੱਡ ਆਏ, ਫਿਰ ਸਭ ਕੁਛ ਵਿਅਰਥ ਹੈ। ਮਾਂ ਪਿਓ ਦਾ ਬੜਾ ਵੱਡਾ ਕਰਜ਼ਾ ਹੈ। ਮੈਂ ਹੁਣ ਗੱਲ ਕਰ ਰਿਹਾ ਸੀ ਮੋਹ ਦੀ। ਸਾਰੀ ਜ਼ਿੰਦਗੀ ਮੋਹ ਰਹਿੰਦਾ ਹੈ, ਪਰ ਉਹੀ ਬੱਚੇ ਜਦੋਂ ਸਾਰ ਨਹੀਂ ਲੈਂਦੇ ਨਾ, ਅਤੇ ਬੜਿਆਂ ਕੋਲ ਸੁਣਿਆ ਕਿ ਐਸਾ ਬੱਚਾ ਜੰਮਣ ਤੋਂ ਵਧੀਆ ਤਾਂ ਮੈਂ ਪੱਥਰ ਹੀ ਜੰਮ ਲੈਂਦੀ। ਟੁੱਟ ਗਈ ਨਾ ਮੋਹ ਦੀ ਤੰਦ। ਪਰ ਮਹਾਰਾਜ ਕਹਿੰਦੇ ਅਹੰਕਾਰ ਨੂੰ ਇਸ ਕਰਕੇ ਅਖੀਰ ਵਿੱਚ ਲਿਖਿਆ। ਅਹੰਕਾਰ ਦਾ ਪੀਰੀਅਡ ਕਿੰਨਾ ਕੁ ਹੈ? ਮਹਾਰਾਜ ਕਹਿੰਦਾ ਬੰਦਾ ਜੰਮਦਾ ਅਹੰਕਾਰ, ਸਾਰੀ ਜ਼ਿੰਦਗੀ ਅਹੰਕਾਰ। ਅਤੇ ਮਹਾਰਾਜ ਕਹਿੰਦੇ ਮਰਨ ਤੋਂ ਬਾਅਦ ਕਿਹੜਾ ਮੁੱਕ ਜਾਂਦਾ? ਨਾਲ ਹੀ ਤਾਂ ਜਾਂਦਾ। ਹੋਮ ਵਿੱਚ ਆਇਆ, ਹੋਮ ਵਿੱਚ ਗਿਆ। ਅਤੇ ਮਹਾਰਾਜ ਕਹਿੰਦੇ ਅਹੰਕਾਰ ਹੀ ਬੰਦੇ ਦਾ ਅਗਲਾ ਜਨਮ ਕਰਾਉਂਦਾ ਹੈ। ਹੋਮੇ ਇਹੀ ਬੰਦਨਾ ਫਿਰ ਜੂਨੀ ਪਾਹੀ। ਫਿਰ ਅਹੰਕਾਰ ਦੀਆਂ ਵੀ ਕਿਸਮਾਂ ਨੇ। ਇੱਕ ਤਾਂ ਹੁੰਦਾ ਗੁਣਾਂ ਦਾ ਅਹੰਕਾਰ। ਮਸਕੀਨ ਸਾਹਿਬ ਕਹਿੰਦੇ ਸਨ ਕਿ ਅਹੰਕਾਰ ਨੂੰ ਬੈਠਣ ਲਈ ਗੁਣਾਂ ਦਾ ਸਿੰਘਾਸਨ ਚਾਹੀਦਾ। ਹਮ ਬੜ ਕਬ ਕੁਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੈ ਨ ਨਾਸੀ। ਗੁਣਾਂ ਦਾ ਅਹੰਕਾਰ। ਪਰ ਇੱਕ ਸੂਖਸ਼ਮ ਅਹੰਕਾਰ ਹੈ। ਕਿਸ ਤਰ੍ਹਾਂ? ਮੈਂ ਕਹਾਂਗਾ ਜੀ ਮੈਂ ਤਾਂ ਜੀ ਸੰਗਤ ਦਾ ਦਾਸ ਹਾਂ, ਮੈਂ ਤਾਂ ਸੰਗਤ ਦਾ ਦਾਸ ਹਾਂ।
ਮੇਰੇ ਅੰਦਰ ਸੂਖਸ਼ਮ ਅਹੰਕਾਰ ਆ ਜਾਏਗਾ ਵੀ ਤੇਰੇ ਵਰਗਾ ਦਾਸ ਹੀ ਕੋਈ ਨਹੀਂ ਹੋਣਾ। ਮੈਂ ਗੁਰੂ ਦੀ ਗੋਦ ਵਿੱਚ ਤੁਹਾਡੇ ਚਰਨਾਂ ਵਿੱਚ ਬੇਨਤੀ ਕਰ ਰਿਹਾ, ਦੇ ਵਿੱਚ ਕੋਈ ਲੁਕ ਛਿਪ ਨਹੀਂ। ਕਈ ਵਾਰ ਨਾ ਸਾਨੂੰ ਪ੍ਰੇਰਨਾ ਹੁੰਦੀ ਹੈ, ਮਨ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ ਵੀ ਤੂੰ ਸਟੇਜਾਂ 'ਤੇ ਸੇਵਾ ਦੀ ਗੱਲ ਕਰਦਾ, ਜਾ ਕੇ ਆਪ ਵੀ ਸੇਵਾ ਕਰ। ਅਤੇ ਉਹ ਪ੍ਰੇਰਨਾ ਲੈ ਕੇ ਚਲੋ ਜੋੜੇਖਾਨੇ ਵੀ ਜਾ ਕੇ ਸੰਗਤ ਦੇ ਜੋੜੇ ਝਾੜੀ ਦੇ ਨੇ, ਲੰਗਰ ਵੀ ਜਾ ਕੇ ਸੇਵਾ ਕਰੀ ਦੀ ਹੈ। ਸੱਚ ਜਾਣਨਾ ਉੱਥੇ ਵੀ ਘੇਰਾ ਪੈ ਜਾਂਦਾ ਹੈ, ਅੰਦਰ ਸੂਖਸ਼ਮ ਅਹੰਕਾਰ ਆਉਂਦਾ, ਵੇਖ ਤੇਰੇ ਵਰਗਾ ਕਥਾਵਾਚਕ ਜੋੜਿਆਂ ਦੀ ਸੇਵਾ ਕਰ ਰਿਹਾ। ਤਾਂ ਹੀ ਮਹਾਰਾਜ ਨੇ ਕਿ ਨਿਮਕ ਨਿਮਕ ਕਰ ਸਰੀਰ ਕਟਾਵੈ ਤੋਬੀ ਹਉਮੈ ਮੈਲ ਨਾ ਜਾਵੇ। ਹੁਣੇ ਤੁਸੀਂ ਸੋਹਿਲਾ ਸਾਹਿਬ ਦਾ ਪਾਠ ਕਰੋਗੇ ਨਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ ਹਉਮੈ ਨੂੰ ਕੰਡਾ ਕਹਿੰਦੇ ਨੇ। ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੀ, ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ। ਹੁਣ ਡੱਲਾ ਸੇਵਾ ਤਾਂ ਬੜੀ ਕਰਦਾ, ਬੜੀ ਸੇਵਾ ਕਰਦਾ, ਮਹਾਰਾਜ ਦੀ ਬੜੀ ਸੇਵਾ ਕੀਤੀ, ਪਰ ਅੰਦਰ ਨਾ ਫਿਰ ਹਉਮੈ ਦਾ ਕੰਡਾ ਵੀ ਆ ਜਾਂਦਾ। ਕੰਡਾ ਕੀ ਆ ਗਿਆ? ਕਹਿੰਦਾ ਮਹਾਰਾਜ ਜੇ ਕਿਤੇ ਮੇਰੇ ਬਾਂਕੇ ਜਵਾਨ ਹੁੰਦੇ ਨਾ ਤੁਹਾਡੇ ਨਾਲ, ਇਹ ਸਿੱਖਾਂ ਦੇ ਵੱਸ ਦੀ ਗੱਲ ਨਹੀਂ ਸੀ, ਜੇ ਕਿਤੇ ਮੇਰੇ ਬਾਂਕੇ ਜਵਾਨ ਹੁੰਦੇ ਤੇ ਜੋ ਭਾਣੇ ਵਰਤੇ ਨੇ ਭਾਣੇ ਨਹੀਂ ਵਰਤਨੇ ਸਨ। ਮਹਾਰਾਜ ਇੱਕੋ ਗੱਲ ਕਹਿੰਦੇ ਸਨ, ਡਲਿਆ ਕਾਲ ਦੀ ਰਜ਼ਾ, ਪਰ ਫਿਰ ਅੰਦਰ ਦੀ ਹਉਮੈ ਬੋਲਦੀ ਸੀ, ਮਹਾਰਾਜ ਇਹ ਸਿੱਖਾਂ ਦੇ ਵੱਸ ਦਾ ਕਿੱਥੇ ਜੰਗ ਯੁੱਧ ਕਰਨਾ। ਜੇ ਕਿਤੇ ਮੇਰੇ ਬਾਂਕੇ ਜਵਾਨ ਹੁੰਦੇ ਫਿਰ ਵੇਖਣਾ ਚਮਕੌਰ ਦੀ ਗੜੀ ਵਿੱਚ ਕੀ ਹੋਣਾ ਸੀ। ਮਹਾਰਾਜ ਜਾਣ ਗਏ ਕਿ ਡੱਲੇ ਦੇ ਅੰਦਰ ਹਉਮੈ ਦਾ ਕੰਡਾ ਆ ਗਿਆ ਹੈ। ਪਰ ਜਿਹੜਾ ਸਮਰੱਥ ਗੁਰੂ ਹੈ ਨਾ, ਉਹ ਸਿੱਖ ਵਿੱਚੋਂ ਹਉਮੈ ਦਾ ਕੰਡਾ ਕੱਢਦਾ ਹੈ। ਤੁਸੀਂ ਇੱਕ ਬਚਨ ਪੜ੍ਹਦੇ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾ ਕਾ ਬਸੀਟ, ਹਰ ਨਾਮੋ ਮੰਤ ਦੜਾਇੰਦਾ ਕੱਟੈ ਹਉਮੈ ਰੋਗ। ਗੁਰੂ ਹਉਮੈ ਦਾ ਰੋਗ ਵੀ ਕੱਟਦਾ ਹੈ। ਇੱਕ ਦਿਨ ਕੀ ਹੋਇਆ, ਕਿਸੇ ਸਿੱਖ ਨੇ ਆ ਕੇ ਮਹਾਰਾਜ ਦੇ ਚਰਨਾਂ ਵਿੱਚ ਬੰਦੂਕ ਭੇਟ ਕੀਤੀ। ਮਹਾਰਾਜ ਕੋਲ ਕੋਈ ਵੀ ਸ਼ਸਤਰ ਆਉਂਦਾ ਸੀ, ਮਹਾਰਾਜ ਪਹਿਲੇ ਪਰਖਦੇ ਸਨ, ਫਿਰ ਖਜ਼ਾਨੇ ਵੀ ਜਮ੍ਹਾਂ ਕਰਦੇ ਸਨ। ਬੰਦੂਕ ਆਈ, ਮਹਾਰਾਜ ਕਹਿੰਦੇ ਡਲਿਆ ਤੂੰ ਆਪਣੇ ਜਵਾਨਾਂ 'ਤੇ ਬੜਾ ਮਾਣ ਕਰਦਾ ਸੀ ਨਾ, ਜਾਂ ਕਿਸੇ ਜਵਾਨ ਨੂੰ ਲੈ ਕੇ ਆ, ਅੱਜ ਬੰਦੂਕ ਦਾ ਨਿਸ਼ਾਨਾ ਪਰਖਣਾ। ਭਾਈ ਡੱਲਾ ਗਿਆ, ਜਵਾਨਾਂ ਨੂੰ ਜਾ ਕੇ ਕਹਿੰਦਾ ਮਹਾਰਾਜ ਨੇ ਨਾ ਬੰਦੂਕ ਦਾ ਨਿਸ਼ਾਨਾ ਪਰਖਣਾ, ਕੋਈ ਆਵੇ ਕੋਈ ਆਵੇ। ਸਾਰਿਆਂ ਨੇ ਇੱਕੋ ਗੱਲ ਕਹੀ ਵੀ ਰਨ ਤੱਤੇ ਵੀ ਜੂਝ ਕੇ ਸ਼ਹੀਦ ਹੋਣਾ ਵੱਖਰੀ ਗੱਲ ਹੈ, ਪਰ ਜਾ ਕੇ ਕਿਸੇ ਦੀ ਬੰਦੂਕ ਦਾ ਨਿਸ਼ਾਨਾ ਬਣਨਾ ਇਹ ਸਾਡੇ ਵੱਸ ਦੀ ਗੱਲ ਨਹੀਂ। ਜੇ ਤੇਰਾ ਕਲਗੀਆਂ ਵਾਲੇ ਨਾਲ ਬਹੁਤਾ ਪਿਆਰ ਹੈ ਨਾ, ਤੂੰ ਜਾ ਕੇ ਬੰਦੂਕ ਦਾ ਨਿਸ਼ਾਨਾ ਬਣ ਜਾ। ਹੁਣ ਭਾਈ ਡੱਲਾ ਮਿਊਸ ਹੋ ਕੇ ਵਾਪਸ ਆਇਆ। ਮਹਾਰਾਜ ਕਹਿੰਦੇ ਬਸ, ਬੜਾ ਅਹੰਕਾਰ ਕਰਦਾ ਸੀ, ਬੜਾ ਅਹੰਕਾਰ, ਨਿਕਲ ਗਿਆ ਅਹੰਕਾਰ ਦਾ ਕੰਡਾ। ਮਹਾਰਾਜ ਕਹਿੰਦੇ ਆ ਤੈਨੂੰ ਮੈਂ ਦੱਸਾਂ, ਤੂੰ ਕਹਿੰਦਾ ਨਾ ਵੀ ਸਿੱਖਾਂ ਦੇ ਵੱਸ ਦੀ ਗੱਲ ਨਹੀਂ, ਮੇਰੇ ਬਾਂਕੇ ਜਵਾਨ ਹੁੰਦੇ, ਆ ਮੈਂ ਤੈਨੂੰ ਦੱਸਾਂ ਮੇਰੇ ਸਿੱਖ ਕਿਸ ਤਰ੍ਹਾਂ ਦੇ ਨੇ। ਕਹਿੰਦੇ ਜਾ ਇੱਕ ਵਾਰ ਸਿੱਖਾਂ ਦੇ ਤੰਬੂ ਵੱਲ ਜਾ ਕੇ ਆਵਾਜ਼ ਮਾਰ ਕਿ ਮਹਾਰਾਜ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ, ਕੋਈ ਆਵੇ। ਭਾਈ ਡੱਲੇ ਨੇ ਜਾ ਕੇ ਆਵਾਜ਼ ਮਾਰੀ। ਦੋ ਪਿਓ ਪੁੱਤਰ ਦਸਤਾਰਾ ਸਜਾ ਰਹੇ ਸਨ, ਦੋਨੋਂ ਭੱਜੇ। ਪਿਓ ਕਹਿੰਦਾ ਪਹਿਲੇ ਹੁਕਮ ਮੈਂ ਸੁਣਿਆ, ਮੈਂ ਨਿਸ਼ਾਨਾ ਬਣਨਾ। ਪੁੱਤਰ ਕਹਿੰਦਾ ਨਹੀਂ, ਪਹਿਲੇ ਮੈਂ ਸੁਣਿਆ, ਮੈਂ ਨਿਸ਼ਾਨਾ ਬਣਨਾ। ਮਹਾਰਾਜ ਕਹਿੰਦੇ ਭਾਈ ਡੱਲਿਆ ਇਹ ਵੇਖ, ਇਹ ਨੇ ਮੇਰੇ ਸਿੱਖ, ਵੇਖ ਮੇਰੇ ਸਿੱਖਾਂ ਦਾ ਪਿਆਰ ਡੱਲਿਆ, ਐਵੇਂ ਤੇ ਨਿਵਾਰੇ ਪੁੱਤ ਚਾਰ ਡੱਲਿਆ। ਮਹਾਰਾਜ ਕਹਿੰਦੇ ਉਹ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਬਚਨ ਕਮਾਇਆ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਰ ਨ ਕੀਜੈ। ਇਹ ਉਹ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਦੇ ਬੋਲ ਕਮਾਏ ਨੇ ਕਿ ਜਿਸ ਪਿਆਰੇ ਸਿਉ ਨੇਹ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ। ਇਹ ਉਹ ਗੁਰੂ ਕੇ ਸਿੱਖ ਨੇ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਬਚਨ ਕਮਾਏ ਨੇ ਕਿ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਐ, ਵਿੱਚੋਂ ਆਪ ਜਾਏ ਤਨ ਮਨ
धन सब सौंप गुर को, हुक्म मन्ने पाई है। हस्ती सिर जो अंकश है, अहरन जो सिर दे, मन तन आगे राख के ऊबी सेव करे, इयों गुरमुख आप निवारी है, सब राज सृष्ट का ले। इन्होंने गुरु रामदास के बचन कमाए कि अब हम चली ठाकुर पे हार, जब हम शरण प्रभु की आई, राख प्रभु भावें मार। इन्होंने गुरु अर्जन साहब के बचन कमाए कि पहला मरण कबूल, जीवन की छड़ आस, हो सबना की रेणुका, तो आओ हमारे पास। जो आशिक हैं आज़ादी के, वो जीना छोड़ देते हैं, खिलौना समझकर खुशी से जिस्म को फोड़ देते हैं। न तख्तो ताज न हुर्रों की हुसरत, खुदा भी खुदाई दे तो मुंह मोड़ देते हैं, खुदा भी खुदाई दे तो मुंह मोड़ देते हैं। गुरसिख अखीरली गल करके समाप्ति करिए। गुरु पुत्र ਜਦੋਂ ਸਰਸਾ ਦਾ ਵਿਛੋੜਾ ਪਿਆ ਨਾ, ਗੁਰੂ ਸਾਹਿਬ ਜੀ ਦੇ ਮਹਿਲ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਆ ਗਏ। ਅਗਲਾ ਮਿਲਾਪ ਸਾਬੋ ਕੀ ਤਲਵੰਡੀ ਹੋਇਆ। ਪਰ ਅੱਜ ਕੀ ਤੱਕ ਰਹੇ ਨੇ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਦੋਂ ਵੀ ਦੀਵਾਨ ਸਜਦਾ ਸੀ, ਕਲਗੀਆਂ ਵਾਲੇ ਮਹਾਰਾਜ ਦੇ ਇੱਕ ਪਾਸੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਇੱਕ ਪਾਸੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਅੱਜ ਚਾਰ ਲਾਲ ਨਹੀਂ ਦਿਸ ਰਹੇ, ਮਾਤਾ ਜੀ ਨਹੀਂ ਦਿਸ ਰਹੇ। ਤੇ ਸਵਾਲ ਕੀਤਾ ਕਿੱਥੇ ਮਾਤ ਗੁਜਰੀ, ਕਿੱਥੇ ਲਾਲ ਚਾਰੇ, ਫੁੱਲ ਮਹਿਕਦੇ ਕਿੱਥੇ ਤਰੋੜ ਆਏ। ਤੇ ਮਹਾਰਾਜ ਨੇ ਪਤਾ ਕੀ ਜਵਾਬ ਦਿੱਤਾ? ਜਿਸ ਤਰ੍ਹਾਂ ਆਪ ਸਜੇ ਬੈਠੇ ਹੋ ਨਾ, ਇਸੇ ਤਰ੍ਹਾਂ ਖਾਲਸਾ ਸਜਿਆ ਸੀ। ਖਾਲਸੇ ਵੱਲ ਹੱਥ ਕਰਕੇ ਮਹਾਰਾਜ ਨੇ ਕਿਹਾ, इन पुत्रन के शीस पर, इन पुत्रन के शीस पर, वार दिए सुत चार, वार दिए सुत चार, चार मुए तो क्या भया, चार मुए तो क्या भया, जीवत कई हजार, जीवत कई हजार, एक है बिंद कुल, एक है नाद कुल। बाबा श्री चंद जी, बाबा लक्ष्मी चंद जी धन गुरु नानक साहब की बिंद कुल सी। ते भाई लैणा जी नाद कुल विचों सन। नाद कहंदे ने शब्द नूं। लैणे तो लैके गुरु अंगद देव जी का सफ़र वो शब्द का सफ़र है। इश्क की भट्ठी में जलाकर कुंदन कर दिया, लेने से अंगद, अंगद से अल्लाह कर दिया। एक बिंद कुल है, एक नाद कुल है। बाबा अजीत सिंह जी, बाबा जुझार सिंह, बाबा जोरावर सिंह, बाबा फतेह सिंह महाराज की बिंद कुल है। तो जिहड़ा खालसा है ना, वो नाद कुल है। असी गृहस्थी बैठे हाँ, असी बिंद कुल ਲਈ की नहीं करते। पर महाराज ने अपनी बिंद कुल नूं अपनी नाद कुल दे उत्तों वार दिता। ये दुनिया का सब तो वड्डा वारना है। तो जिहड़ी चार करजियां की गल कीती, उनदे विचों करजा है गुरु दा, हमरे मस्तक दाग दगाना, हम करज गुरु बहु सांडे। वो गुरु कलगी वाले महाराज दे चार लालां दा करजा है। वो चार लाल साडे करके साडे तो महाराज ने वारे। एक दृष्टांत दे के समाप्ति करदे हां। कोई दुध वाला दुध बेचण जा रहा है, मन विच लालच आ गया, क्यों ना मैं दुध विच पानी मिला दियां। जो ही दुध विच पानी रलाया, दुध ने पानी नूं अपना रूप दिता। ध्यान देना, रूप दिता, स्वरूप नहीं दिता। वेखण विचों पानी दुध वर्गा है, पर जे टैसट करांगे लैबोरेटरी दे विच जाके, ना पानी विच फैट आएगी, ना पानी विचों क्रीम आएगी।
ਪਾਣੀ ਨੂੰ ਕੇਵਲ ਰੂਪ ਮਿਲਿਆ ਤੇ ਪਾਣੀ ਦੁੱਧ ਨੂੰ ਕਹਿੰਦਾ, ਦੁੱਧ ਤੂੰ ਮੈਨੂੰ ਆਪਣਾ ਰੂਪ ਬਖਸ਼ਿਆ। ਅੱਜ ਜੇ ਤੂੰ 70 ਰੁਪਏ ਕਿਲੋ ਵਿਕੇਂਗਾ, ਮੈਂ ਵੀ ਤਾਂ 70 ਰੁਪਏ ਕਿਲੋ ਵਿਕ ਜਾਵਾਂਗਾ। ਤੂੰ ਮੇਰੇ ਲਈ ਕੁਰਬਾਨੀ ਕੀਤੀ, ਰੂਪ ਬਖਸ਼ਿਆ, ਮੈਂ ਵੀ ਕੁਰਬਾਨੀ ਕਰਾਂਗਾ। ਅੱਗੋਂ ਦੁੱਧ ਪੁੱਛਦਾ, ਤੂੰ ਕੀ ਕੁਰਬਾਨੀ ਕਰੇਂਗਾ? ਤੂੰ ਕੀ ਕੁਰਬਾਨੀ ਕਰੇਂਗਾ? ਪਾਣੀ ਕਹਿੰਦਾ, ਜਦੋਂ ਵੀ ਤੈਨੂੰ ਅੱਗ ਦੇ ਉੱਤੇ ਰੱਖ ਕੇ ਕੋਈ ਉਬਾਲੇਗਾ, ਪਾਣੀ ਕਹਿੰਦਾ ਪਹਿਲੇ ਮੈਂ ਸੜਾਂਗਾ, ਤੈਨੂੰ ਬਾਅਦ ਵੀ ਸੇਕ ਲੱਗਣ ਦਿਆਂਗਾ। ਸਤਿਗੁਰ ਨੇ ਬਾਣੀ ਵਿੱਚ ਲਿਖਿਆ, ਰੇ ਮਨ ਐਸੀ ਹਰ ਸੋ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਆਵਟਨ ਆਪੇ ਖਪੈ ਦੁੱਧ ਕੋ ਖਪਣ ਨਾ ਦੇ। ਉਹ ਸਿੱਖਾ, ਪਾਣੀ ਨੂੰ ਰੂਪ ਮਿਲਿਆ, ਪਾਣੀ ਕਿੰਨੀ ਵੱਡੀ ਕੁਰਬਾਨੀ ਕਰ ਗਿਆ। ਤੇ ਮਹਾਰਾਜ ਨੇ ਤਾਂ ਆਪਣਾ ਸਰਬੰਸ ਵਾਰ ਕੇ ਤੈਨੂੰ ਰੂਪ ਨਹੀਂ, ਆਪਣਾ ਸਰੂਪ ਵੀ ਦਿੱਤਾ ਹੈ। ਖਾਲਸਾ ਮੇਰੋ ਰੂਪ ਹੈ ਖਾਸ। ਜਦੋਂ ਮਹਾਰਾਜ ਕਹਿੰਦੇ ਖਾਲਸੇ ਮੇਂ ਹਾਂ ਕਰੋ ਨਿਵਾਸ, ਉਹ ਮਹਾਰਾਜ ਦਾ ਸਰੂਪ ਹੈ। महाराज ਦੇ दिन मना रहे हो, जिनके दिन मनाते हो उनकी बात भी जानो, जिनके दिन मनाते हो उनकी बात भी मानो। सतगुरु कृपा करन, बख्शिश करन, रहमत करन। समा हो चुका है, इतनी कुछ सेवा आप जी ने प्रवान करनी। सारिਆਂ ਦਾ ਧੰਨਵਾਦ ਤੇ ਸਾਰਿਆਂ ਵੱਲੋਂ ਧੰਨਵਾਦ ਧੰਨ ਧੰਨ श्री गुरु ग्रंथ साहिब जी ਦਾ। तेरी पन्ना में आकर सभी दुख दूर होते हैं, अंधेरे में पटकने वाले भी पुण्य नूर होते हैं। तेरे दर की यह खाक भी अक्सीर है मेरे सतगुर, तेरे हाथों में तो पत्थर भी कोही नूर होते हैं। कच्चो कंचन पयो शब्द गुर श्रवणे सुनियो, बिकते अमृत होयो नाम सतगुर मुख भनियो। लोयो होयो लाल नदर सतगुर जत धारै, पाहन मानक करै ज्ञान गुर केहो विचारै। काठो श्री खंड सतगुर किए, दुख दरिद्र तिनके गए। सतगुर चरण जिन परसिया से पश प्रेत, सुर नर पए गज के फतेह गजाओ जी। वाहिगुरु जी का खालसा, वाहिगुरु जी की फतेह।